ਸਿਰ ਚਰਨਨ ਪਰ ਧਾਰ। ਨਿਰਗੁਣ ਸਰਗੁਣ ਨਾਮ ਜੋ ਵਾਹਿਗੁਰੂ ਤਿਨ ਮੇਰ। ਸਭ ਤੇ ਉੱਚਾ ਜਾਨੀਏ ਲੇਤ ਨਾ ਕੀਜੈ ਦੇਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪਸਰੀ ਸੈਨਾ ਪੁਰਖ ਕੀ ਚੌਦਸ ਮਲਪੁਰ ਨਾਮ। 10,000 ਪੰਚੋਤ ਗੁਰ ਭੋਜਨ ਕੀ ਨਾਮ। ਪਸਰੀ ਸੈਨਾ ਪੁਰਖ ਕੀ ਚੌਦਸ ਮਲਪੁਰ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਬਖਸ਼ਿਸ਼ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੇ ਕਥਾ ਔਰ ਕੀਰਤਨ ਸੁਖ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਆਤਮਿਕ ਸੁਖ ਦੀਆਂ ਦਾਤਾਂ ਗੁਰੂ ਕੀ ਬਾਣੀ ਦਾ ਗੁਰਸਿੱਖ ਸੰਗਤਾਂ ਨੇ ਕੀਰਤਨ ਸਰਵਣ ਕੀਤਾ ਹੈ। ਲੜੀਵਾਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ। ਔਰ ਅੱਜ ਸਾਧ ਸੰਗਤ ਜੀ 12 ਪੋਹ ਦਾ ਦਿਹਾੜਾ ਹੈ। ਇਹ ਇੱਕ ਇੱਕ ਦਿਨ ਗੁਰੂ ਕੀ ਸੰਗਤ ਜੀ, ਜਿੱਥੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਉਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਹਿਰਦਿਆਂ ਤੇ ਲਿਖਿਆ ਜਾਣਾ ਚਾਹੀਦਾ। ਇੱਕ ਇੱਕ ਦਿਨ ਅੱਜ ਦਾ ਜੋ ਇਹ 12 ਪੋਹ ਦਾ ਦਿਨ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਛੋਟੇ ਲਾਲਾਂ ਨੇ ਦੂਸਰੇ ਦਿਨ ਸਰਹੰਦ ਦੇ ਸੂਬੇ ਵਜੀਦੇ ਦੀ ਕਚਹਿਰੀ ਵਿੱਚ ਜਾਣਾ ਕੀਤਾ ਹੈ। ਸਰਹੰਦ ਦੇ ਸੂਬੇ ਦੀ ਕਚਹਿਰੀ ਵਿੱਚ ਅੱਜ ਦੂਜੇ ਦਿਨ ਗਏ ਆ ਗੁਰੂ ਕੇ ਲਾਲ। ਅਨੇਕ ਤਰ੍ਹਾਂ ਦੇ ਸਾਧ ਸੰਗਤ ਜੀ ਲਾਲਚ ਸਾਹਿਬਜ਼ਾਦਿਆਂ ਨੂੰ ਦਿੱਤੇ ਗਏ, ਅਨੇਕ ਤਰ੍ਹਾਂ ਦੇ ਡਰਾਵੇ ਦਿੱਤੇ ਗਏ, ਪਰ ਗੁਰੂ ਕੇ ਲਾਲਾ ਨੇ ਨਾ ਕੋਈ ਲਾਲਚ ਮੰਨਿਆ, ਨਾ ਕੋਈ ਡਰਾਵਾ ਮੰਨਿਆ। ਆਖਿਰਕਾਰ ਅੱਜ ਦੇ ਦਿਨ ਸਰਹੰਦ ਦੇ ਸੂਬੇ ਦੇ ਕਹਿਣ ਤੇ ਕਾਜੀ ਨੇ ਆਪਣੀ ਸੜੀ ਹੋਈ ਜ਼ਬਾਨ ਦੇ ਵਿੱਚੋਂ ਉਸ ਨੇ ਫਤਵਾ ਸੁਣਾਇਆ ਹੈ ਗੁਰੂ ਕੇ ਲਾਲਾ ਨੂੰ। ਕਿਉਂਕਿ ਸੁੱਚੇ ਨੰਦ ਨੇ ਆਖਿਆ ਸੀ ਸੱਪ ਦੇ ਬੱਚੇ ਸਪੋਲੀਏ ਹੁੰਦੇ ਆ, ਜੇ ਸੱਪ ਨੂੰ ਮਾਰੀਏ ਤੇ ਉਹਦੇ ਬੱਚਿਆਂ ਨੂੰ ਰੱਖੀਏ, ਇਹ ਗੱਲ ਠੀਕ ਨਹੀਂ ਹੈ।
ਸੱਪ ਦੇ ਬੱਚੇ ਸਪੋਲੀਏ ਹੁੰਦੇ, ਇਸ ਕਰਕੇ ਉਹਨਾਂ ਨੂੰ ਸਪੋਲੀਆਂ ਨੂੰ ਵੀ ਮਾਰ ਦੇਣਾ ਚਾਹੀਦਾ। ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ, ਉਹਨੇ ਆਖਿਆ ਸੁੱਚੇ ਨੰਦ ਨੇ। ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ। ਆਖਿਰਕਾਰ ਗੁਰੂ ਕੇ ਲਾਲਾਂ ਦੇ ਉੱਤੇ ਅੱਜ ਦੇ ਦਿਨ ਸਾਧ ਸੰਗਤ ਜੀ ਫਤਵਾ ਲਾਇਆ ਗਿਆ ਕਿ ਬਾਗੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਹਨਾਂ ਦੇ ਇਹ ਬੱਚੇ, ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ, ਦੀਵਾਰਾਂ ਵਿੱਚ ਚਿਣ ਕਰਕੇ ਖਤਮ ਕਰ ਦੇਣਾ ਚਾਹੀਦਾ। ਵੇਖੋ ਕਿਸੇ ਲਾਲਚ ਦੇ ਨਾਲ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਉਹ ਡੁਲਾ ਨਹੀਂ ਸਕੇ, ਕਿਸੇ ਡਰਾਵੇ ਦੇ ਨਾਲ ਡਰਾ ਨਹੀਂ ਸਕੇ। ਅੱਜ ਕੱਲ੍ਹ ਲੋਕ ਖਿਆਲ ਕਰਦੇ, ਗੱਲਾਂ ਬਾਤਾਂ ਕਰਦੇ, ਕਹਿੰਦੇ ਵੇਖੋ ਜੀ ਕਿੰਨੇ ਸਿੱਖ ਸਿੱਖੀ ਧਰਮ ਛੱਡ ਕੇ ਉਸ ਧਰਮ ਵਿੱਚ ਚਲੇ ਗਏ। ਕੋਈ ਕਹਿੰਦਾ ਕਿਸੇ ਧਰਮ ਵਿੱਚ ਚਲੇ ਗਏ, ਕੋਈ ਕਹਿੰਦਾ ਕਿਸੇ ਧਰਮ ਵਿੱਚ ਚਲੇ ਗਏ। ਉਹ ਜਿਹੜਾ ਲਾਲਚੀ ਹੁੰਦਾ ਏ ਉਹਦਾ ਤੇ ਧਰਮ ਹੀ ਕੋਈ ਨਹੀਂ ਹੁੰਦਾ। ਜਿਹੜਾ ਲਾਲਚੀ ਹੁੰਦਾ ਹੈ, ਅੱਜ ਲਾਲਚ ਕਰਕੇ ਕਿਸੇ ਨੇ ਲਾਲਚ ਦਿੱਤਾ ਹੈ ਤੇ ਉਹਦੇ ਧਰਮ ਵਿੱਚ ਚਲੇ ਗਿਆ, ਕੱਲ ਨੂੰ ਉਹਦੇ ਤੋਂ ਵੱਧ ਕਿਸੇ ਨੇ ਲਾਲਚ ਦੇ ਦਿੱਤਾ ਤੇ ਉਹਦੇ ਵਿੱਚ ਵੀ ਨਹੀਂ ਉਹਨੇ ਰਹਿਣਾ, ਉਦੋਂ ਗਾਂਹ ਚਲੇ ਜਾਵੇਗਾ। ਜਿਹੜੇ ਧਰਮੀ ਹੁੰਦੇ ਆ ਉਹ ਨੀਹਾਂ ਵਿੱਚ ਚਿਣੇ ਜਾਂਦੇ ਪਰ ਆਪਣਾ ਧਰਮ ਨਹੀਂ ਛੱਡਦੇ। ਧਰਮੀ ਆ ਬਾਬਾ ਜੋਰਾਵਰ ਸਿੰਘ ਜੀ, ਧਰਮੀ ਆ ਬਾਬਾ ਫਤਿਹ ਸਿੰਘ ਸਾਹਿਬ ਜੀ। 7 ਸਾਲ ਤੇ 9 ਸਾਲ ਦੇ ਗੁਰੂ ਕੇ ਲਾਲ। ਤੇ ਵੇਖੋ ਜਿਹੜਾ ਫਤਵਾ ਲਵਾਇਆ ਜਾਂਦਾ ਸੀ ਉਹ ਕਾਜੀ ਤੋਂ ਲਵਾਇਆ ਜਾਂਦਾ ਸੀ। ਫਤਵਾ ਹੈ ਤਾਂ ਸਰਕਾਰ ਦਾ ਹੀ, ਪਰ ਰਾਹੀਂ ਕਾਜੀ ਦੇ ਲਵਾਇਆ ਜਾਂਦਾ। ਰਾਜਨੀਤਿਕ ਲੋਕ ਸਰਹੰਦ ਦੇ ਸੂਬੇ ਨੇ ਕਾਜੀ ਤੋਂ ਫਤਵਾ ਲਵਾਇਆ ਤੇ ਫਤਵਾ ਇਹ ਲਾਇਆ ਗਿਆ ਕਿ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਵੇ। ਤੇ ਅੱਜ ਦੀ ਜਿਹੜੀ ਰਾਤ ਹੈ ਨਾ, ਇਹ ਆਖਰੀ ਰਾਤ, ਤੀਜੀ ਰਾਤ ਗੁਰੂ ਕੇ ਸਾਹਿਬਜ਼ਾਦਿਆਂ ਨੇ ਸਰਹੰਦ ਦੇ ਉਹ ਠੰਡੇ ਬੁਰਜ ਦੇ ਵਿੱਚ ਬਤੀਤ ਕਰਨੀ ਹੈ। 12 ਪੋਹ ਹੈ ਅੱਜ, ਤੇ ਜਿਹੜੀ ਰਾਤ ਆ ਰਹੀ ਹੈ 12 ਪੋਹ ਦੀ ਰਾਤ ਹੈ ਸਾਧ ਸੰਗਤ ਜੀ। ਉਹਨਾਂ ਆਖਿਆ ਸੀ ਕੱਲ ਨੂੰ 13 ਪੋਹ ਵਾਲੇ ਦਿਨ ਇਹਨਾਂ ਗੁਰੂ ਕੇ ਬੱਚਿਆਂ ਨੂੰ ਦੀਵਾਰਾਂ ਵਿੱਚ ਚਿਣਿਆ ਜਾਵੇਗਾ। ਕੱਲ ਨੂੰ ਗੁਰੂ ਕੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਸਾਧ ਸੰਗਤ ਜੀ, ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਹੈ। 80 ਸਾਲ ਤੋਂ ਵਡੇਰੀ ਉਮਰ ਹੈ। ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ, ਜਿਨ੍ਹਾਂ ਨੇ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਠੰਡੇ ਬੁਰਜ ਵਿੱਚ ਆਪਣਾ ਸਰੀਰ ਤਿਆਗਿਆ। 13 ਪੋਹ ਵਾਲੇ ਦਿਨ ਕੱਲ ਨੂੰ ਮਾਤਾ ਜੀ ਤੇ ਗੁਰੂ ਕੇ ਲਾਲਾਂ ਦੀ ਸ਼ਹਾਦਤ ਦਾ ਦਿਨ ਹੈ। ਇੱਥੇ ਸਾਧ ਸੰਗਤ ਜੀ ਇਹਨਾਂ ਰਾਤਾਂ ਦੇ ਵਿੱਚ ਉਸ ਗੁਰੂ ਕੇ ਲਾਲ ਨੂੰ ਵੀ ਚੇਤੇ ਕਰਨਾ ਬਣਦਾ ਹੈ। ਬਾਬਾ ਮੋਤੀ ਰਾਮ ਜੀ, ਜਿਸ ਨੇ ਸਿਪਾਹੀਆਂ ਦੇ ਨਾਲ ਮਿਲ ਕਰਕੇ ਰਾਤ ਦੇ ਮੌਕੇ ਤੇ ਆਪਣੇ ਘਰ ਵਿੱਚ ਜੋ ਕੁਝ ਉਹਦੇ ਰੁਪਈਏ ਸੀ, ਕੋਈ ਸੋਨਾ ਸੀ ਥੋੜਾ ਬਹੁਤਾ, ਉਹ ਦੇ ਕਰਕੇ ਸਿਪਾਹੀਆਂ ਨੂੰ ਤੇ ਗੁਰੂ ਕੇ ਲਾਲਾਂ ਨੂੰ ਤੇ ਮਾਤਾ ਜੀ ਨੂੰ ਦੁੱਧ ਛਕਾਇਆ ਇਹਨਾਂ ਰਾਤਾਂ ਵਿੱਚ। ਔਰ ਉਸ ਨੂੰ ਵੀ ਯਾਦ ਕੀਤਾ ਜਾਂਦਾ ਹੈ ਜਿਸ ਨੇ ਇਹ ਮਹਾਨ ਸੇਵਾ ਕੀਤੀ। ਕਿਉਂਕਿ ਕਿਸੇ ਵੀ ਧਰਮ ਦੇ ਵਿੱਚ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਹਨ। ਕਿਸੇ ਵੀ ਧਰਮ ਦੇ ਵਿੱਚ ਇੱਕ ਪਾਸੇ ਸੁੱਚਾਨੰਦ ਬ੍ਰਾਹਮਣ, ਜਿਹਨੂੰ ਇਤਿਹਾਸ ਝੂਠਾ ਵੀ ਕਹਿੰਦਾ ਹੈ ਤੇ ਝੂਠਾ ਵੀ ਕਹਿੰਦਾ ਹੈ, ਉਹ ਕਹਿ ਰਿਹਾ ਵਾ ਵੀ ਸੱਪ ਦੇ ਬੱਚੇ ਸਪੋਲੀਏ ਆ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ, ਇਹਨਾਂ ਨੂੰ ਰੱਖਣਾ ਨਹੀਂ ਚਾਹੀਦਾ, ਮਾਰ ਦੇਣਾ ਚਾਹੀਦਾ ਹੈ। ਉੱਥੇ ਹਿੰਦੂ ਪਰਿਵਾਰ ਵਿੱਚੋਂ ਹੀ ਮੋਤੀ ਰਾਮ ਉਹ ਗੁਰੂ ਕੇ ਲਾਲਾਂ ਨੂੰ ਰਾਤ ਨੂੰ ਜਾ ਕੇ ਦੁੱਧ ਪਿਆਉਂਦਾ ਪਿਆ ਹੈ। ਉਹ ਮਾਤਾ ਜੀ ਨੂੰ ਦੁੱਧ ਪਿਆਉਂਦਾ ਪਿਆ ਹੈ। ਸਰਹੰਦ ਦਾ ਸੂਬਾ ਕਾਜੀ ਤੋਂ ਫਤਵਾ ਲਵਾ ਰਿਹਾ ਹੈ
ਉਸੇ ਸਭਾ ਵਿੱਚ ਮੁਸਲਮਾਨ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਨਵਾਬ, ਉਹ ਕਹਿੰਦਾ ਹੈ ਇਹ ਗੱਲ ਠੀਕ ਨਹੀਂ, ਤੁਸੀਂ ਜ਼ੁਲਮ ਕਰ ਰਹੇ ਹੋ, ਜੇ ਲੜਨਾ ਹੀ ਹੈ ਤੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰੋ। ਸਰਹੰਦ ਦਾ ਸੂਬਾ ਕਹਿੰਦਾ ਨਵਾਬ ਸਾਹਿਬ ਹਾਲੇ 4 ਦਿਨ ਪਹਿਲਾਂ ਦੀ ਤਾਂ ਗੱਲ ਹੈ, 8 ਪੋਹ ਵਾਲੇ ਦਿਨ ਚਮਕੌਰ ਦੀ ਲੜਾਈ ਦੇ ਵਿੱਚ ਇਹਨਾਂ ਬੱਚਿਆਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਤੀਰ ਨਾਲ ਤੁਹਾਡੇ ਭਰਾ ਨਾਰ ਖਾਂ ਨੂੰ ਮਾਰਿਆ, ਆਪਣੇ ਤੀਰ ਨਾਲ ਤੁਹਾਡੇ ਭਰਾ ਨਾਰ ਖਾਨ ਨੂੰ ਮਾਰਿਆ। ਇਹਨਾਂ ਬੱਚਿਆਂ ਨੂੰ ਕਤਲ ਕਰਕੇ ਤੁਸੀਂ ਆਪਣੇ ਭਰਾ ਨਾਰ ਖਾਨ ਦਾ ਬਦਲਾ ਲੈ ਲਓ। ਪਰ ਨਵਾਬ ਦੇ ਮਲੇਰਕੋਟਲੇ ਦੇ ਨਵਾਬ ਨੇ ਸ਼ੇਰ ਮੁਹੰਮਦ ਖਾਨ ਨੇ ਆਖਿਆ ਸੂਬਾ ਸਰਹੰਦ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਆਉਣਗੇ ਤੇ ਮੈਂ ਲੈ ਲਵਾਂਗਾ ਬਦਲਾ ਆਪਣੇ ਭਰਾ ਦਾ, ਉਹਨਾਂ ਨਾਲ ਜੰਗ ਕਰ ਲਵਾਂਗਾ, ਪਰ ਛੋਟੇ ਛੋਟੇ ਬੱਚਿਆਂ ਉੱਤੇ ਜ਼ੁਲਮ ਕਰਨਾ ਇਹ ਆਪਣਾ ਧਰਮ ਵੀ ਇਜਾਜ਼ਤ ਨਹੀਂ ਦਿੰਦਾ। ਇਹ ਛੋਟੇ ਛੋਟੇ ਬੱਚੇ, ਇਹਨਾਂ ਉੱਤੇ ਜ਼ੁਲਮ ਨਹੀਂ ਕਰਨਾ ਚਾਹੀਦਾ, ਇਹ ਜ਼ੁਲਮ ਹੈ, ਇਹ ਕਹਿਰ ਹੈ। ਉਹ ਹਾਂ ਦਾ ਨਾਰਾ ਮਾਰ ਰਿਹਾ ਹੈ ਪਰ ਉਹਦੀ ਕਿਸੇ ਨੇ ਇੱਕ ਨਹੀਂ ਸੁਣੀ। ਦੁਸ਼ਟ ਚੌਂਕੜੀ ਇਕੱਠੀ ਹੋਈ ਸੀ ਸਾਰੀ, ਉਹਦੀ ਕੋਈ ਗੱਲ ਉੱਥੇ ਸੁਣਵਾਈ ਨਾ ਹੋਈ। ਉਹਨੇ ਹਾਂ ਦਾ ਨਾਰਾ ਮਾਰਿਆ। ਇਸੇ ਕਰਕੇ ਸਾਧ ਸੰਗਤ ਜੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ, ਜਿਨ੍ਹਾਂ ਨੂੰ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਨਾਲ ਆਪ ਜਾਣਦੇ ਹਾਂ, ਅੰਮ੍ਰਿਤ ਛਕਾ ਕੇ ਨਾਂ ਰੱਖਿਆ ਸੀ ਭਾਈ ਗੁਰਬਖਸ਼ ਸਿੰਘ, ਜਦੋਂ ਥਾਪੜਾ ਦੇ ਕੇ ਤੋਰਿਆ ਸੀ ਤੇ ਉਸ ਵੇਲੇ ਆਖਿਆ ਸੀ ਕਿ ਮਲੇਰਕੋਟਲੇ ਦੀ ਰਿਆਸਤ ਨੂੰ ਕੁਝ ਨਹੀਂ ਆਖਣਾ, ਕਿਉਂਕਿ ਮਲੇਰਕੋਟਲੀਏ ਨਵਾਬ ਨੇ ਸਾਡੇ ਛੋਟੇ ਲਾਲਾਂ ਦੇ ਜਿਸ ਵੇਲੇ ਜ਼ੁਲਮ ਢਾਇਆ ਜਾ ਰਿਹਾ ਸੀ ਤੇ ਉਹਨੇ ਆਖਿਆ ਸੀ ਵੀ ਇਹ ਜ਼ੁਲਮ ਵਾ, ਉਹਨੇ ਹਾਂ ਦਾ ਨਾਰਾ ਮਾਰਿਆ। ਇਸ ਕਰਕੇ ਮਲੇਰਕੋਟਲੇ ਦੀ ਰਿਆਸਤ ਨੂੰ ਕੁਝ ਨਹੀਂ ਆਖਣਾ, ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦੇਣੀ ਹੈ। ਇਹ ਬਾਬਾ ਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਸੀ ਕਲਗੀਧਰ ਪਾਤਸ਼ਾਹ ਨੇ। ਤੋ ਸਾਧ ਸੰਗਤ ਜੀ ਆਪਣੇ ਹਿਰਦੇ ਵਿੱਚ ਇਹ ਦਿਹਾੜਾ ਚੇਤੇ ਕਰੀਏ ਜਿਸ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਡੇ ਤੋਂ ਆਪਣੇ ਲਾਲ ਕੁਰਬਾਨ ਕੀਤੇ। ਇਹਨੂੰ ਆਪਣੇ ਹਿਰਦੇ 'ਚ ਗਹਿਰੇ ਥਾਂ ਅੰਦਰ ਜਾ ਕੇ ਵਿਚਾਰੀਏ, ਸੋਚੀਏ। ਸਾਨੂੰ ਆਪਣੇ ਪੁੱਤਰ ਬਣਾਇਆ, ਪੁੱਤਰੀਆਂ ਬਣਾਇਆ, ਗਰੀਬ ਨਵਾਜ ਸਾਹਿਬ ਨੇ ਆਪਣੇ ਲਾਲ ਕੁਰਬਾਨ ਕਰਕੇ। ਔਰ ਵੇਖੋ ਅੱਜ ਹੀ ਆ 12 ਪੋਹ ਦਾ ਦਿਨ ਹੈ ਤੇ ਅੱਜ ਅਗਲੇ ਦਿਨਾਂ ਨਾਲੋਂ ਠੰਡ ਜ਼ਿਆਦੀ ਆ। ਅੱਜ ਠੰਡ ਜ਼ਿਆਦੀ ਵਧੀ ਹੋਈ ਹੈ, ਕਿੰਨੀ ਸੀਤ ਲਹਿਰ, ਠੰਡੀ ਹਵਾ ਵਗ ਰਹੀ ਹੈ। ਤੇ 13 ਪੋਹ ਵਾਲੇ ਦਿਨ ਤੇ ਸਿਖਰ ਦੀ ਠੰਡ ਹੁੰਦੀ ਹੈ ਨਾ, ਕੱਲ ਵਾਲੇ ਦਿਨ। ਔਰ ਇਹ ਮੰਨਿਆ ਜਾਂਦਾ ਹੈ ਕਿ ਸਭ ਤੋਂ ਛੋਟਾ ਦਿਨ ਤੇ ਸਭ ਤੋਂ ਠੰਡਾ ਦਿਨ ਜਿਹੜਾ ਉਹ 13 ਪੋਹ ਵਾਲਾ ਦਿਨ ਹੀ ਹੈ। ਅੰਗਰੇਜ਼ੀ ਤਰੀਕ ਕਈ ਵਾਰੀ ਅੱਗੇ ਪਿੱਛੇ ਵੀ ਹੋ ਜਾਂਦੀ ਹੈ, ਹਰ ਸਾਲ ਇੱਕ ਅੱਧੀ ਵੱਧ ਘਟ ਜਾਂਦੀ ਹੈ, ਪਰ ਇਹ 13 ਪੋਹ ਦਾ ਦਿਨ ਛੋਟੇ ਲਾਲਾਂ ਤੇ ਮਾਤਾ ਜੀ ਦਾ ਸ਼ਹੀਦੀ ਦਿਨ ਹੈ ਕੱਲ ਨੂੰ। ਹੁਣ ਜੋ ਲੜੀਵਾਰ ਗਾਥਾ ਚੱਲ ਰਹੀ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਵਿੱਚ ਭਾਈ ਗੁਲਾਬੇ ਦੇ ਘਰੇ ਉਤਰੇ ਹੋਏ ਹਨ। ਉੱਥੇ ਇਸ਼ਨਾਨ ਵੀ ਕੀਤਾ ਮਹਾਰਾਜ ਸਾਹਿਬ ਜੀ ਨੇ। ਭਾਈ ਗੁਲਾਬੇ ਨੇ ਪ੍ਰਸ਼ਾਦਾ ਪਾਣੀ ਵੀ ਛਕਾਇਆ ਹੈ। ਇਹ ਗੁਰੂ ਕਾ ਸ਼ਰਧਾਲੂ ਹੈ ਤੇ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਸ ਇਹਦਾ ਆਉਣਾ ਜਾਣਾ ਰਹਿੰਦਾ ਸੀ। ਇਸੇ ਇਲਾਕੇ ਦਾ ਇਸ ਨੂੰ ਮਸੰਦ ਵੀ ਥਾਪਿਆ ਸੀ। ਤਾਂ ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਇਸ ਦੇ ਘਰੇ ਚੁਬਾਰੇ ਵਿੱਚ ਆਸਣ ਹੈ, ਮਾਛੀਵਾੜੇ ਦੇ ਵਿੱਚ ਭਾਈ ਗੁਲਾਬੇ ਦੇ ਚੁਬਾਰੇ ਵਿੱਚ। ਇਹਦਾ ਦੂਸਰਾ ਭਰਾ ਭਾਈ ਪੰਜਾਬਾ ਵੀ ਸੀ। ਤਾਂ ਗਰੀਬ ਨਵਾਜ ਸਤਿਗੁਰੂ ਜੀ ਉੱਥੇ ਇਸ ਦੇ ਘਰ ਵਿੱਚ ਆਸਣ ਰੱਖਿਆ ਹੋਇਆ ਹੈ। ਅਗਲੀ ਗਾਥਾ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਮਕੌਰ ਦੇ ਆਲੇ ਦੁਆਲੇ ਜਿੰਨੀ ਫੌਜ ਸੀ ਨਾ, ਲੱਖਾਂ ਦੀ ਗਿਣਤੀ ਵਿੱਚ,
ਹੁਣ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਉੱਥੋਂ ਨਿਕਲ ਆਏ ਆ, ਜਕਾਰੇ ਬੁਲਾ ਕੇ, ਤਾੜੀ ਮਾਰ ਕੇ, ਉਸ ਤੋਂ ਬਾਅਦ ਅਗਲੇ ਦਿਨ 9 ਪੋਹ ਵਾਲੇ ਦਿਨ ਭਾਈ ਸੰਤ ਸਿੰਘ, ਸੰਗਤ ਸਿੰਘ ਆਦਿਕ ਸਿੰਘਾਂ ਨੂੰ ਸ਼ਹੀਦ ਕਰਕੇ ਫਿਰ ਤੁਰਕਾਂ ਦੀ ਫੌਜ ਇੱਧਰ ਉੱਧਰ ਪਿੰਡਾਂ ਵਿੱਚ ਲੱਭਣ ਤੁਰ ਪਈ ਹੈ। ਫੈਲ ਗਈ ਸਾਰੀ ਫੌਜ, ਕੋਈ ਕਿਸੇ ਪਾਸੇ ਨੂੰ, ਕੋਈ ਕਿਸੇ ਪਾਸੇ ਨੂੰ। ਪਸਰੀ ਸੈਨਾ ਤੁਰਕ ਕੀ, ਤੁਰਕਾਂ ਦੀ ਫੌਜ ਫੈਲ ਗਈ ਹੈ। ਚੌਂ ਦਿਸ਼ ਮੈਂ ਪੁਰਗਰਾਮ, 4 ਛਪੇਰੇ ਚਮਕੌਰ ਦੇ ਜਿੰਨੇ ਪਿੰਡ ਤੇ ਸ਼ਹਿਰ ਹਨ, ਉਹਨਾਂ ਸਾਰੇ ਪਿੰਡਾਂ ਸ਼ਹਿਰਾਂ ਵੱਲ ਨੂੰ ਫੌਜ ਸਾਰੀ ਚਲੀ ਗਈ ਹੈ। 10,000 ਗੁਰ ਖੋਜਣ ਕੀ ਕਾਮ। ਤੇ 10,000 ਫੌਜ ਇਧਰਲੇ ਪਾਸੇ ਆ ਗਈ ਸੀ ਸਾਧ ਸੰਗਤ ਜੀ, ਮਾਛੀਵਾੜੇ ਵਾਲੇ ਪਾਸੇ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੱਭਣ ਵਾਸਤੇ। ਸੋਈਆ ਚੰਦ ਨਵੇਂ ਕਨੀ ਖਾਨ ਸੇ ਤਨ ਲੋਕੀ ਤਨਕ ਭੰਗ ਸੁਨਕਾਨ। ਜਿਹੜੀ 10,000 ਫੌਜ ਇੱਧਰ ਆਈ ਸੀ ਨਾ, ਮਾਛੀਵਾੜੇ ਦੇ ਜੰਗਲ ਨੂੰ ਲੱਭਦਿਆਂ ਲੱਭਦਿਆਂ ਮਾਛੀਵਾੜੇ ਪਿੰਡ ਵਿੱਚ, ਤਾਂ ਗਨੀ ਖਾਂ ਤੇ ਨਬੀ ਖਾਂ ਦੋਵੇਂ ਭਰਾ ਇਹ ਉਸੇ ਹੀ ਫੌਜ ਦੇ ਵਿੱਚ ਸਨ। ਉਸ ਵੇਲੇ ਉਸੇ ਦਲ ਦੇ ਵਿੱਚ ਸੀ। ਉਸ ਫੌਜ ਦੇ ਵਿੱਚ ਇਹਨਾਂ ਨੂੰ ਤਨਕ ਭਣਕ, ਥੋੜੀ ਜਿਹੀ ਜਿਹੜੀ ਭਣਕ ਹੈ ਨਾ, ਭਾਵ ਥੋੜੀ ਜਿਹੀ ਕਣਸੋ ਆਪਣੇ ਕੰਨਾਂ ਵਿੱਚ ਇਹਨਾਂ ਨੇ ਸੁਣੀ ਹੈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਜੰਗਲ 'ਚ ਆਏ, ਗੁਰੂ ਸਾਹਿਬ ਜੀ ਇੱਥੇ ਮਾਛੀਵਾੜੇ ਵਿੱਚ ਹੀ ਹੈ। ਇਹਨਾਂ ਨੂੰ ਥੋੜਾ ਜਿਹਾ ਪਤਾ ਕਿਤੋਂ ਲੱਗਾ ਹੈ। ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਆ, ਫਿਰ ਇਹ ਖੋਜ ਰਹੇ ਆ ਪੁਰ ਮਹਿ, ਮਾਛੀਵਾੜੇ ਦੇ ਵਿੱਚ ਇੱਤ ਉੱਤ, ਇੱਧਰ ਉੱਧਰ, ਘਰ ਘਰ ਦੇ ਵਿੱਚ ਫਿਰਦੇ ਆ, ਪਰ ਛੁਪ ਛੁਪ ਕੇ, ਦੁਰ ਦੁਰ ਕਿ ਲੋਕ ਲੋਕ ਕੇ ਘਰ ਘਰ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੱਭਣ ਦਾ ਯਤਨ ਕਰਦੇ, ਸਤਿਗੁਰੂ ਜੀ ਨੂੰ ਪਛਾਣਨ ਦਾ ਯਤਨ ਕਰਦੇ ਹਨ। ਇਹ ਪਹਿਲਾਂ ਵੀ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਰਹੇ ਸੀ ਬਹੁਤ ਚਿਰ, ਬਹੁਤ ਸਮਾਂ, ਕਿਉਂਕਿ ਇਹ ਘੋੜਿਆਂ ਦੇ ਵਪਾਰੀ ਸੀਗੇ। ਇਹਨਾਂ ਨੇ ਬਹੁਤ ਵਧੀਆ ਵਧੀਆ ਨਸਲ ਦੇ ਘੋੜੇ ਲਿਆ ਕੇ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਸ ਵੇਚੇ ਸਨ। ਇਹ ਗਨੀ ਖਾਂ ਤੇ ਨਬੀ ਖਾਂ ਨੇ। ਤੇ ਕੁਝ ਸਮਾਂ ਇਹਨਾਂ ਨੇ ਅਨੰਦਪੁਰ ਸਾਹਿਬ ਨੌਕਰੀ ਵੀ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫੌਜ ਵਿੱਚ ਗਨੀ ਖਾਂ ਤੇ ਨਬੀ ਖਾਂ ਨੇ ਕੁਝ ਸਮਾਂ ਨੌਕਰੀ ਵੀ ਕੀਤੀ। ਸਾਧ ਸੰਗਤ ਜੀ, ਮਹਾਰਾਜ ਦੀ ਫੌਜ ਦੇ ਵਿੱਚ ਕਈ ਮੁਸਲਮਾਨ ਨੌਕਰੀ ਕਰਦੇ ਰਹੇ, ਗੁਰੂ ਗੋਬਿੰਦ ਸਿੰਘ ਜੀ ਦੇ ਨੌਕਰ ਰਹੇ, ਕਈ ਹਿੰਦੂ ਭਰਾ ਵੀ ਉੱਥੇ ਨੌਕਰ ਰਹੇ, ਕਈ ਸਿੱਖ ਨਿਸ਼ਕਾਮ ਸੇਵਾ ਕਰਨ ਵਾਲੇ ਸੀ, ਕਈ ਸਿੱਖ ਵੀ ਨੌਕਰ ਰਹੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਜਿਵੇਂ ਪੀਰ ਬੁੱਧੂ ਸ਼ਾਹ ਨੇ 500 ਪਠਾਨ ਨੌਕਰ ਰਖਾਏ ਸੀ। ਭੰਗਾਣੀ ਦੇ ਯੁੱਧ ਦੇ ਮੌਕੇ ਤੇ ਕਾਲੇ ਖਾਨ ਨੂੰ ਛੱਡ ਕੇ ਬਾਕੀ ਸਾਰੇ ਭੱਜ ਗਏ ਸੀ ਜਦੋਂ ਪਹਿਲਾ ਯੁੱਧ ਹੋਇਆ ਸੀ। ਕਹਿਣ ਤੋਂ ਭਾਵ ਇਹ ਕਿ ਕਈ ਮੁਸਲਮਾਨ, ਕਈ ਪਠਾਨ, ਕਈ ਹਿੰਦੂ ਉਹ ਕਲਗੀਧਰ ਪਾਤਸ਼ਾਹ ਜੀ ਦੇ ਫੌਜ ਦੇ ਵਿੱਚ ਆ ਕੇ ਨੌਕਰੀ ਕਰਦੇ ਰਹੇ ਹਨ। ਤਾਂ ਇਹ ਗਨੀ ਖਾਂ ਤੇ ਨਬੀ ਖਾਂ, ਇਹਨਾਂ ਦੋਨਾਂ ਨੇ ਜਿੱਥੇ ਕਈ ਵਾਰੀ ਆ ਕੇ ਅਨੰਦਪੁਰ ਸਾਹਿਬ ਘੋੜੇ ਵੀ ਵੇਚੇ ਤੇ ਇਹਨਾਂ ਨੇ ਕੁਝ ਸਮਾਂ ਉੱਥੇ ਆਪਣਾ ਗੁਜ਼ਾਰਾ ਕਰਨ ਵਾਸਤੇ ਨੌਕਰੀ ਵੀ ਕੀਤੀ। ਕੁਛ ਕੁ ਚਾਕਰੀ ਭੀ ਤਬ ਕੀਨੀ, ਲੀਨ ਦਰਬ ਕੋ ਕਰ ਗੁਜਰਾਨ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਜ਼ਾਨੇ ਚੋਂ ਤਨਖਾਹਾਂ ਲੈ ਕਰਕੇ ਇਹਨਾਂ ਦੋਨਾਂ ਭਰਾਵਾਂ ਨੇ ਗੁਜ਼ਾਰਾ ਵੀ ਆਪਣਾ ਕੀਤਾ। ਉਸ ਸਮੇਂ ਨੂੰ ਇਹਨਾਂ ਨੇ ਆਪਣੇ ਚਿੱਤ ਵਿੱਚ ਯਾਦ ਕੀਤਾ। ਜਿਹੜੇ ਧਰਮੀ ਬੰਦੇ ਹੁੰਦੇ ਨਾ,
ਉਹ ਕਿਸੇ ਦਾ ਕੀਤਾ ਹੋਇਆ ਗੁਣ ਨਹੀਂ ਭੁਲਾਉਂਦੇ, ਕਿਸੇ ਦਾ ਕੀਤਾ ਹੋਇਆ ਪਰਉਪਕਾਰ ਨਹੀਂ ਵਿਸਾਰਦੇ। ਇਹਨਾਂ ਦੋਨਾਂ ਗਨੀ ਖਾਂ ਤੇ ਨਬੀ ਖਾਂ ਨੇ, ਪਠਾਨ ਭਰਾਵਾਂ ਨੇ ਉਸ ਸਮੇਂ ਨੂੰ ਆਪਣੇ ਚਿੱਤ ਵਿੱਚ ਵਿਚਾਰਿਆ ਹੈ ਵੀ ਜਦੋਂ ਆਪਣਾ ਮੁਸ਼ਕਲ ਨਾਲ ਗੁਜ਼ਾਰਾ ਚੱਲਦਾ ਸੀ ਤੇ ਉਦੋਂ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਨੌਕਰੀ ਦਿੱਤੀ ਸੀ, ਸਾਨੂੰ ਮਹਾਰਾਜ ਨੇ ਤਨਖਾਹਾਂ ਦਿੱਤੀਆਂ ਸੀ। ਤੇ ਹੁਣ ਮਨ ਵਿੱਚ ਇਹਨਾਂ ਨੇ ਉਸ ਸਮੇਂ ਦੀ ਵਿਚਾਰ ਕੀਤੀ ਹੈ ਕਿ ਸਾਨੂੰ ਵੀ ਇਸ ਔਖੇ ਮੌਕੇ ਤੇ ਸੰਕਟ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਕੰਮ ਆਉਣਾ ਚਾਹੀਦਾ ਹੈ। ਇਹਨਾਂ ਦੋਨਾਂ ਭਰਾਵਾਂ ਨੇ ਵਿਚਾਰਿਆ ਵੀ ਇਸ ਮੌਕੇ ਤੇ ਸਾਨੂੰ ਵੀ ਕੋਈ ਨਾ ਕੋਈ ਸੇਵਾ ਕਰਨੀ ਚਾਹੀਦੀ ਸਤਿਗੁਰਾਂ ਦੀ, ਕਿਉਂਕਿ ਸਤਿਗੁਰੂ ਜੀ ਸਾਡਾ ਭਲਾ ਕਰਦੇ ਰਹੇ, ਸਾਡਾ ਗੁਜ਼ਾਰਾ ਕਰਾਉਂਦੇ ਰਹੇ, ਤੇ ਹੁਣ ਇਸ ਮੌਕੇ ਦੇ ਉੱਤੇ ਸਾਡੇ ਤੋਂ ਵੀ ਕੋਈ ਨਾ ਕੋਈ ਸੇਵਾ ਸਰੇ ਨਾ। ਇਸ ਕਰਕੇ ਕੋਈ ਸੇਵਾ ਅਸੀਂ ਵੀ ਕਰ ਲਈਏ ਤੇ ਇਸ ਮੌਕੇ ਦੇ ਉੱਤੇ ਇਹਦੇ ਤੋਂ ਹੋਰ ਪਰੇ ਦੀ ਕੋਈ ਕਾਰ ਨਹੀਂ ਹੈ, ਕੋਈ ਕੰਮ ਨਹੀਂ ਹੈ, ਕੋਈ ਚੰਗੀ ਕਾਰ ਨਹੀਂ ਹੈ। ਇਹ ਬਹੁਤ ਚੰਗੀ ਕਾਰ ਹੈ, ਬੜਾ ਚੰਗਾ ਕੰਮ ਹੈ ਜੇ ਇਸ ਮੌਕੇ ਤੇ ਸਾਨੂੰ ਕੋਈ ਗੁਰੂ ਸਾਹਿਬ ਦੀ ਸੇਵਾ ਮਿਲ ਜਾਵੇ। ਜਦੋਂ ਚਾਰ ਚੁਫੇਰੇ ਸਤਿਗੁਰਾਂ ਨੂੰ ਫੌਜ ਲੱਭ ਰਹੀ ਹੈ ਤੇ ਸਤਿਗੁਰੂ ਜੀ ਨੂੰ ਉਹ ਗ੍ਰਿਫਤਾਰ ਕਰਨਾ ਚਾਹੁੰਦੇ ਆ, ਮਾਰਨਾ ਚਾਹੁੰਦੇ, ਖਤਮ ਕਰਨਾ ਚਾਹੁੰਦੇ ਆ, ਤੇ ਅਸੀਂ ਕੋਈ ਗੁਰੂ ਸਾਹਿਬ ਜੀ ਦੀ ਸੇਵਾ ਕਰ ਸਕੀਏ, ਕੋਈ ਗੁਰੂ ਜੀ ਦੇ ਕੰਮ ਆ ਸਕੀਏ, ਇਹਦੇ ਨਾਲੋਂ ਕੋਈ ਚੰਗੀ ਗੱਲ ਨਹੀਂ ਹੋਵੇਗੀ। ਇਹ ਮਾਛੀਵਾੜੇ ਦੇ ਵਿੱਚ ਘਰ ਘਰ ਸਾਧ ਸੰਗਤ ਜੀ ਜਾ ਕੇ ਸਹਿਜੇ ਸਹਿਜੇ ਕਲਗੀਧਰ ਪਾਤਸ਼ਾਹ ਨੂੰ ਲੱਭਦੇ ਆ। ਗਨੀ ਖਾਂ ਤੇ ਨਬੀ ਖਾਂ ਸਹਿਜੇ ਸਹਿਜੇ ਪੁੱਛਦੇ ਆ ਲੋਕਾਂ ਨੂੰ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਤੇ ਨਹੀਂ ਆਏ ਤੁਹਾਡੇ ਘਰੇ? ਉਹ ਕਹਿੰਦੇ ਨਹੀਂ ਆਏ। ਫਿਰ ਦੂਜੇ ਘਰੇ ਪੁੱਛਦੇ, ਫਿਰ ਤੀਜੇ ਘਰੇ ਪੁੱਛਦੇ, ਨਾਲੇ ਲੋਕ ਲੋਕ ਕੇ ਤੇ ਸਹਿਜੇ ਸਹਿਜੇ ਵੀ ਫੌਜ ਨੂੰ ਵੀ ਪਤਾ ਨਾ ਲੱਗ ਜਾਵੇ। ਤੇ ਲੱਭਦਿਆਂ ਲੱਭਦਿਆਂ ਆ ਗਏ ਭਾਈ ਗੁਲਾਬੇ ਦੇ ਘਰੇ। ਉਹਨਾਂ ਨੂੰ ਪੁੱਛਿਆ ਹੈ ਤੇ ਭਾਈ ਗੁਲਾਬੇ ਨੇ ਜਾ ਕੇ ਸਤਿਗੁਰਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਗਨੀ ਖਾਂ ਤੇ ਨਬੀ ਖਾਂ ਦੋ ਭਰਾ ਵਾ ਪਠਾਨ, ਉਹ ਮਹਾਰਾਜ ਆਪ ਜੀ ਦਾ ਨਾਮ ਲੈ ਕਰਕੇ ਤੇ ਆਪ ਜੀ ਨੂੰ ਲੱਭ ਰਹੇ ਹਨ। ਤੇ ਸਤਿਗੁਰਾਂ ਨੂੰ ਜਦੋਂ ਜਾ ਕੇ ਨਾਮ ਦੱਸਿਆ ਤੇ ਮਹਾਰਾਜ ਨੇ ਆਖਿਆ ਹਾਂ ਸਾਡੇ ਕੋਲੇ ਨੌਕਰ ਵੀ ਰਹੇ ਆ, ਉਹ ਆਨੰਦਪੁਰ ਸਾਹਿਬ ਤੇ ਸਾਡੇ ਕੋਲੇ ਘੋੜੇ ਲਿਆ ਕੇ ਵੀ ਵੇਚਦੇ ਹੁੰਦੇ ਸੀ। ਉਹਨਾਂ ਨੂੰ ਉੱਤੇ ਲੈ ਆਓ ਚੁਬਾਰੇ 'ਚ। ਗਰੀਬ ਨਵਾਜ ਸਾਹਿਬ ਜੀ ਨੇ ਉਹਨਾਂ ਦਾ ਨਾਮ ਸੁਣ ਕੇ ਤੇ ਆਪਣੇ ਪਾਸ ਬੁਲਾ ਲਿਆ ਹੈ। ਜਾ ਕੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਮਹਾਰਾਜ ਪਲੰਘੇ ਤੇ ਚੌਂਕੜਾ ਲਾ ਕੇ ਬੈਠੇ ਚੁਬਾਰੇ ਦੇ ਵਿੱਚ ਗੁਲਾਬੇ ਦੇ ਘਰੇ, ਤੇ ਦਰਸ਼ਨ ਕਰਕੇ ਤੇ ਫਿਰ ਬਹੁਤ ਹਿਰਦੇ ਦੀ ਭਾਵਨਾ ਨਾਲ ਬੰਦਨਾ ਕੀਤੀ ਹੈ ਤੇ ਮੱਥਾ ਟੇਕ ਕੇ ਤੇ ਮਹਾਰਾਜ ਦੇ ਚਰਨਾਂ ਵਿੱਚ ਨੇੜੇ ਹੋ ਕੇ ਬੈਠ ਗਏ। ਤੇ ਬੈਠ ਕੇ ਫਿਰ ਕਹਿਣ ਲੱਗੇ ਬੇਨਤੀ ਕਰਕੇ, ਵੇਖੋ ਕਿੰਨੀ ਭਾਵਨਾ ਇਹਨਾਂ ਦੇ ਅੰਦਰ ਪੈਦਾ ਹੋਈ, ਕਿੰਨੀ ਭਾਵਨਾ। ਬੇਨਤੀ ਇਹ ਕੀਤੀ ਕਿ ਮਹਾਰਾਜ ਅਸੀਂ ਅੱਜ ਵੀ ਆਪ ਜੀ ਦੇ ਉਸੇ ਤਰ੍ਹਾਂ ਨੌਕਰ ਹੀ ਹਾਂ। ਹੁਣ ਨੌਕਰੀ ਨਹੀਂ ਸੀ ਮਹਾਰਾਜ ਦੀ ਕਰਦੇ, ਹੁਣ ਜ਼ਿਕਰ ਆਇਆ ਵੀ ਉਸ ਫੌਜ ਵਿੱਚ ਨੌਕਰੀ ਕਰ ਰਹੇ ਸਨ ਤੇ ਮਹਾਰਾਜ ਦੇ ਪ੍ਰੇਮੀ ਆ। ਤੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਅਸੀਂ ਅੱਜ ਵੀ ਤੁਹਾਡੇ ਨੌਕਰ ਹਾਂ, ਉਸੇ ਤਰ੍ਹਾਂ ਹੀ, ਉਸੇ ਤਰ੍ਹਾਂ ਹੀ ਜਿਵੇਂ ਮਹਾਰਾਜ ਆਨੰਦਪੁਰ ਸਾਹਿਬ ਨੌਕਰੀ ਕਰਦੇ ਸਾਂ, ਆਪ ਜੀ ਦੀ ਸੇਵਾ 'ਚ ਰਹਿੰਦੇ ਸਾਂ, ਅੱਜ ਵੀ ਉਸੇ ਤਰ੍ਹਾਂ ਆਪਣੇ ਨੌਕਰ ਹੀ ਸਾਨੂੰ ਸਮਝੋ। ਇਹ ਮਹਾਰਾਜ ਦੀ ਮੌਜ ਹੈ ਸਾਧ ਸੰਗਤ ਜੀ। ਕਈ ਵਾਰੀ ਜਿਹੜੀ ਫੌਜ ਹੈ, ਦੂਸਰੀ ਵਿਰੋਧੀ ਫੌਜ ਹੈ, ਉਹਦੇ 'ਚ ਜਿਹੜੇ ਨੌਕਰੀ ਕਰਨ ਵਾਲੇ ਸੰਸਾਰੀ ਤੌਰ ਤੇ ਆਪਣਾ ਗੁਜ਼ਾਰਾ ਕਰਨ ਵਾਸਤੇ ਉੱਥੇ ਨੌਕਰੀ ਕਰਦੇ ਆ, ਪਰ ਅੰਦਰੋਂ ਪ੍ਰੇਮ ਉਹਨਾਂ ਦਾ ਦੂਜੇ ਪਾਸੇ ਵੀ ਹੁੰਦਾ। ਇਹ ਤਾਂ ਇਤਿਹਾਸ ਭਰਿਆ ਪਿਆ ਵੀ ਜਿੱਥੇ ਜਿੱਥੇ ਨੌਕਰੀ ਕਰਦੇ ਆ ਕਈ ਵਾਰੀ ਉੱਥੇ ਹੀ ਉਹਨਾਂ ਨੇ ਸੇਵਾ ਕਰ ਦਿੱਤੀ, ਉਹਨਾਂ ਦੀ ਜਿਨ੍ਹਾਂ ਦੇ ਪਹਿਰੇਦਾਰ ਸੀ ਉਹਨਾਂ ਦੀ ਸੇਵਾ ਕਰਤੀ ਫਿਰ ਸਮੇਂ ਤੇ। ਤਾਂ ਇਹਨਾਂ ਆਖਿਆ ਮਹਾਰਾਜ ਨੌਕਰੀ ਸਾਨੂੰ ਆਪਣੇ ਹੀ ਨੌਕਰ ਸਮਝੋ, ਜਿਵੇਂ ਅਸੀਂ ਆਨੰਦਪੁਰ ਸਾਹਿਬ ਪਹਿਲਾਂ ਆਪ ਜੀ ਦੇ ਪਾਸ ਨੌਕਰੀ ਕਰਦੇ ਰਹੇ ਹਾਂ ਨਾ, ਤੇ ਅੱਜ ਵੀ ਉਸੇ ਤਰ੍ਹਾਂ ਅਸੀਂ ਆਪ ਜੀ ਦੇ ਨੌਕਰ, ਉਸੇ ਤਰ੍ਹਾਂ ਕਾਰ ਕਰਨ ਵਾਲੇ ਹਾਂ।
ਅਬ ਜੋ ਉਚਿਤ ਮਰੇ ਪ੍ਰਭਾਵ ਕਰੇ ਸੁਹਾਵਾ ਮੈਂ ਕੋ ਤਕਰਾਰ। ਕਹਿੰਦੇ ਸਤਿਗੁਰੂ ਸਾਨੂੰ ਕੋਈ ਸੇਵਾ ਦਿਓ, ਜੋ ਸਾਡੇ ਤੋਂ ਮਹਾਰਾਜ ਸੇਵਾ ਆਪ ਜੀ ਲੈ ਸਕਦੇ ਹੋ, ਅਸੀਂ ਜੋ ਵੀ ਆਪ ਜੀ ਦੀ ਇਸ ਮੌਕੇ ਤੇ ਸੇਵਾ ਕਰ ਸਕੀ ਆਪ ਜੀ ਯੋਗ ਸਮਝੋ, ਉਚਿਤ ਜਾਣੋ, ਉਹ ਸਾਨੂੰ ਫਰਮਾਓ। ਤੇ ਮਹਾਰਾਜ ਅਸੀਂ ਤਕਰਾਰ ਨਹੀਂ ਕਰਾਂਗੇ, ਅਸੀਂ ਨਾ ਨਹੀਂ ਕਰਾਂਗੇ, ਅਸੀਂ ਆਪ ਜੀ ਦੀ ਆਗਿਆ ਵਿੱਚ ਉਹ ਸੇਵਾ ਕਰਾਂਗੇ। ਸੁਣ ਗੁਰ ਭਜਨੋ ਪ੍ਰਭੂ ਕੇ ਕਮਰੇ ਗਮਨੇ ਸੰਗ ਚਲੇ ਹਿਤ ਧਾਰ। ਇਹਨਾਂ ਦੀ ਬੇਨਤੀ ਪ੍ਰੇਮ ਭਰੀ ਸੁਣ ਕਰਕੇ ਨਾ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਸਾਡੇ ਨਾਲ ਰਹੋ, ਸਾਡੇ ਪਾਸ ਰਹੋ, ਸੇਵਾ 'ਚ ਹਾਜ਼ਰ ਹੋ ਜਾਓ। ਗਮਨਹਿ ਸੰਗ ਚੱਲੋ ਹਿਤ ਧਾਰ। ਹੁਣ ਅਸੀਂ ਇੱਥੋਂ ਅੱਗੇ ਜਾਣਾ ਹੈ ਤੇ ਤੁਸੀਂ ਸਾਡੇ ਨਾਲ ਪ੍ਰੇਮ ਧਾਰਨ ਕਰਕੇ ਸਾਡੀ ਸੇਵਾ 'ਚ ਅੱਗੇ ਚੱਲੋ, ਸਾਡੇ ਨਾਲ, ਅਸੀਂ ਤੁਹਾਨੂੰ ਸੇਵਾ ਦਿੰਦੇ। ਗਰੀਬ ਨਵਾਜ ਕਹਿੰਦੇ ਸਾਡਾ ਸਾਥ ਦਿਓ, ਇਸ ਮੌਕੇ ਤੇ ਸਾਡੀ ਸੇਵਾ 'ਚ ਹਾਜ਼ਰ ਹੋਵੋ। ਜਬ ਮਨ ਖੁਸ਼ੀ ਤੇ ਤਬ ਕਬੀਆ ਕਾਰਜ ਵਿਸ ਦੋ ਚਾਰ। ਤੇ ਮਹਾਰਾਜ ਕਹਿੰਦੇ ਵੀ ਜਿੰਨਾ ਚਿਰ ਅਸੀਂ ਕਹਿੰਦੇ ਨਹੀਂ ਨਾ ਵੀ ਤੁਸੀਂ ਵਾਪਸ ਚਲੇ ਜਾਓ, ਓਨੇ ਦਿਨ ਤੁਸੀਂ ਸਾਡੀ ਸੇਵਾ 'ਚ ਰਹੋ। ਤੇ ਕਾਰਜ ਆਹੀ ਆ 2-4 ਦਿਨਾਂ ਦਾ ਹੀ ਕੰਮ, 2-4 ਦਿਨ ਸਾਡੇ ਨਾਲ ਰਹੋ। ਜਦੋਂ ਅਸੀਂ ਖੁਸ਼ ਹੋ ਕਰਕੇ ਤੁਹਾਨੂੰ ਵਿਦਾਇਗੀ ਦੇਵਾਂਗੇ, ਆਗਿਆ ਦੇਵਾਂਗੇ, ਤੇ ਫਿਰ ਤੁਸੀਂ ਵਾਪਸ ਮੋੜ ਆਇਓ। ਇਹ ਅਸੀਂ ਤੁਹਾਨੂੰ ਸੇਵਾ ਬਖਸ਼ਦੇ ਹਾਂ, ਤੁਸੀਂ ਸੇਵਾ ਮੰਗੀ ਹੈ ਕਿ ਤੁਸੀਂ ਪ੍ਰੇਮ ਨਾਲ ਸੇਵਾ ਮੰਗੀ ਤੇ ਅਸੀਂ ਤੁਹਾਨੂੰ ਇਹ ਸੇਵਾ ਬਖਸ਼ਦੇ ਹਾਂ। ਮਨ ਮੈਂ ਬੋਲੇ ਬਿਹਤਰ ਰਹਿ ਕਿਸੇ ਕੀ ਕਰਤਬ ਜਾਏ। ਤਾਂ ਉਸ ਮੌਕੇ ਦੇ ਉੱਤੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਕਹਿਣ ਲੱਗੇ ਮਹਾਰਾਜ ਵੀ ਇਹ ਚੰਗੀ ਗੱਲ ਹੈ, ਬਿਹਤਰ ਹੈ ਜੋ ਆਪ ਜੀ ਨੇ ਸੇਵਾ ਦਾ ਬਚਨ ਕੀਤਾ ਹੈ, ਤੇ ਅਸੀਂ ਆਪ ਜੀ ਦੇ ਨਾਲ ਰਵਾਂਗੇ, ਅਸੀਂ ਆਪ ਜੀ ਦੇ ਨਾਲ ਜਾਵਾਂਗੇ। ਜਦੋਂ ਤੁਸੀਂ ਸਾਨੂੰ ਆਗਿਆ ਦਿਓਗੇ, ਖੁਸ਼ੀ ਦਿਓਗੇ, ਉਦੋਂ ਹੀ ਵਾਪਸ ਮੁੜ ਕੇ ਆਵਾਂਗੇ, ਅਸੀਂ ਆਪ ਜੀ ਦੇ ਨਾਲ ਰਵਾਂਗੇ। ਵੇਖੋ ਇਹ ਵੀ ਸਾਧ ਸੰਗਤ ਜੀ, ਕੁਝ ਸਿੱਖਾਂ ਨੇ ਆਨੰਦਪੁਰ ਸਾਹਿਬ ਬਦਾਵਾ ਲਿਖ ਦਿੱਤਾ ਸੀ, ਤੇ ਇਹ ਵੀ ਸਾਧ ਸੰਗਤ ਜੀ ਗਨੀ ਖਾਂ ਤੇ ਨਬੀ ਖਾਂ ਪਠਾਨ ਵਾ। ਉਹ ਕਹਿੰਦੇ ਮਹਾਰਾਜ ਜਿੰਨਾ ਚਿਰ ਤੁਸੀਂ ਆਖੋਗੇ ਉਹਨਾਂ ਚਿਰ ਤੁਹਾਡੇ ਨਾਲ ਰਵਾਂਗੇ। ਇਹ ਵੀ ਧਰਮੀ ਆ, ਇਹ ਵੀ ਖਾਲਸੇ ਆ, ਖਾਲਸੇ ਕਹਿ ਸਕਦੇ ਆਪਾਂ ਇਹਨੂੰ। ਖਾਲਸਾ ਨਾਮ ਸੁੱਧ ਦਾ ਹੈ। ਜਦੋਂ ਇਹਨਾਂ ਨੂੰ ਵਾਪਸ ਮੋੜਿਆ ਸੀ ਨਾ ਜਿੱਥੋਂ, ਹੁਣ ਹੈ ਤੇ ਮੁਸਲਮਾਨ, ਹੈ ਤੇ ਪਠਾਨ, ਤੇ ਜਿੱਥੋਂ ਇਹਨਾਂ ਨੂੰ ਖੁਸ਼ੀ ਦੇ ਕੇ ਵਾਪਸ ਮੋੜਿਆ ਸੀ ਉੱਥੋਂ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਸੀ ਮਹਾਰਾਜ ਨੇ। ਉਹਦੇ 'ਚ ਲਿਖਿਆ ਸੀ ਵੀ ਸਾਡਾ ਖਾਲਸਾ ਤੁਹਾਡੀ ਸੇਵਾ ਕਰੇਗਾ, ਤੁਸੀਂ ਸਾਡੇ ਪੁੱਤਰ ਹੋ, ਸਾਡੇ ਖਾਲਸੇ ਹੋ। ਇਹਨਾਂ ਨੂੰ ਆਪ ਆਖਿਆ ਸੀ ਗੁਰੂ ਸਾਹਿਬ ਨੇ ਖਾਲਸੇ। ਖਾਲਸਾ ਉਹ ਹੁੰਦਾ ਸਾਧ ਸੰਗਤ ਜੀ ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇ। ਖਾਲਸਾ ਉਹ ਹੁੰਦਾ ਹੈ ਜਿਹਦੇ 'ਚ ਮੈਲ ਨਾ ਹੋਵੇ। ਖਾਲਸਾ ਉਹ ਹੁੰਦਾ ਜਿਹਨੂੰ ਸੁੱਧ ਆਖਿਆ, ਸੁੱਧ, ਨਿਰਮਲ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਆਖਿਆ, ਨਿਰਮਲ ਪੰਥ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਨਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਪਵਿੱਤਰ ਪੰਥ। ਜਿਹਨੂੰ ਨਿਰਮਲ ਪੰਥ ਆਖਿਆ ਉਸੇ ਨੂੰ ਮਹਾਰਾਜ ਨੇ ਖਾਲਸਾ ਪੰਥ ਆਖਿਆ। ਖਾਲਸਾ ਸੁੱਧ ਨੂੰ ਕਿਹਾ ਜਾਂਦਾ ਹੈ। ਜੀ ਆਹ ਨਿਰਮਲ, ਬਾਹਰ ਆਹ ਨਿਰਮਲ। ਉਹਨਾਂ ਸਿੱਖਾਂ ਦੀ ਵੀ ਜੇ ਆਖੀਏ, ਉਹਨਾਂ ਸਿੱਖਾਂ ਦੀ ਬੜੀ ਵੱਡੀ ਮਜਬੂਰੀ ਸੀ, ਕਿਉਂਕਿ ਉੱਥੇ ਭੁੱਖ ਦਾ ਦੁੱਖ ਬੜਾ ਵੱਡਾ ਸੀ ਜਦੋਂ ਬਦਾਵਾ ਦਿੱਤਾ। ਫਿਰ ਬਾਅਦ ਵਿੱਚ ਭਾਈ ਮਹਾਂ ਸਿੰਘ ਨੇ ਜਾ ਕੇ ਪੜਵਾਇਆ ਵੀ ਹੈ। ਲਿਖਣ ਵਾਲਿਆਂ ਵਿੱਚ ਤੇ ਨਹੀਂ ਭਾਈ ਮਹਾਂ ਸਿੰਘ, ਪਰ ਪੜਵਾਉਣ ਵਾਲਿਆਂ ਵਿੱਚ ਹਨ ਭਾਈ ਮਹਾਂ ਸਿੰਘ। ਮਹਾਰਾਜ ਨੇ ਫਿਰ ਬਖਸ਼ ਵੀ ਦਿੱਤਾ। ਜਿਨ੍ਹਾਂ ਬਦਾਵਾ ਲਿਖਿਆ ਉਹਨਾਂ ਦੀ ਵੀ ਬਹੁਤ ਵੱਡੀ ਮਜਬੂਰੀ ਸੀ, ਕਿਉਂਕਿ ਮਹੀਨਿਆਂ ਦੇ ਭੁੱਖੇ ਸਨ, ਛਕਣ ਵਾਸਤੇ ਕੁਝ ਨਹੀਂ, ਦਰਖਤਾਂ ਦੀਆਂ ਛਿੱਲਾਂ ਤੱਕ ਛਕ ਲਈਆਂ ਸੀ। ਹੁਣ ਇੱਥੇ ਇਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜਿਵੇਂ ਆਪ ਜੀ ਦੀ ਆਗਿਆ ਹੈ ਅਸੀਂ ਆਪ ਜੀ ਦੇ ਨਾਲ ਰਵਾਂਗੇ। ਫਿਰ ਬਚਨ ਮੰਨ ਕੇ ਤੇ ਫਿਰ ਉੱਥੋਂ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਵੀ ਜਦੋਂ ਮਹਾਰਾਜ ਆਪ ਜੀ ਨੇ ਜਾਣਾ ਹੋਵੇਗਾ ਅਸੀਂ ਆਪ ਜੀ ਦੇ ਨਾਲ ਚੱਲਾਂਗੇ। ਤੇ ਮਾਛੀਵਾੜੇ ਦੇ ਵਿੱਚ ਹੀ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਲਿਖਿਆ ਵੀ ਕਿਸੇ ਦੇ ਘਰੇ ਜਾ ਕੇ ਰਹੇ, ਕਿਸੇ ਦੇ ਘਰੇ ਜਾ ਕੇ ਰਹੇ। ਭਾਈ ਕਾਹਨ ਸਿੰਘ ਨਾਭਾ ਨੇ ਤਾਂ ਇਹ ਗੱਲ ਲਿਖੀ ਹੈ ਸਾਧ ਸੰਗਤ ਜੀ, ਉਹ ਕਹਿੰਦੇ ਵੀ ਇਹ ਰਹਿੰਦੇ ਹੀ ਮਾਛੀਵਾੜੇ ਵਿੱਚ ਸਨ। ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਵੀ ਇਹ ਗਨੀ ਖਾਂ, ਨਬੀ ਖਾਂ, ਇਹਨਾਂ ਦੀ ਰਿਹਾਇਸ਼ ਹੀ ਮਾਛੀਵਾੜੇ ਵਿੱਚ ਸੀ।
ਪਰ ਭਾਈ ਸਾਹਿਬ ਜੀ ਦੀ ਰਾਏ ਇੱਥੇ ਇਹ ਹੈ, ਉਹਨਾਂ ਨੇ ਆਖਿਆ ਵੀ ਕਿਸੇ ਦੇ ਘਰੇ ਜਾ ਕਰਕੇ ਇਹਨਾਂ ਨੇ ਫਿਰ ਰਹੇ ਕਿਸੀ ਕੇ ਘਰ ਤਬ ਜਾਏ, ਕਿਸੇ ਦੇ ਘਰੇ ਜਾ ਕੇ ਇਹਨਾਂ ਨੇ ਠਹਿਰਨਾ ਕੀਤਾ ਹੈ। ਸੁਖਤੇ ਸਤਿਗੁਰ ਬਹੁਤ ਜਾਣੀ ਆਪ ਆਪਣੇ ਸਿੱਖ ਸਤਾਏ। ਤੇ ਉਸ ਵੇਲੇ ਸਤਿਗੁਰੂ ਜੀ ਉੱਥੇ ਚੁਬਾਰੇ ਵਿੱਚ ਬਰਾਜੇ ਆ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਜਦੋਂ ਰਾਤ ਪਈ ਆ ਤੇ ਸਿੱਖ ਵੀ ਆਪੋ ਆਪਣੀ ਥਾਂ ਤੇ, ਜਿੱਥੇ ਸਿੱਖਾਂ ਦਾ ਆਸਣ ਲਾਇਆ ਸੀ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਭਾਈ ਮਾਨ ਸਿੰਘ ਜੀ ਦਾ, ਤਿੰਨੇ ਸਿੱਖ ਆਪੋ ਆਪਣੇ ਆਸਣ ਤੇ ਉਹ ਵੀ ਆਰਾਮ ਕਰਨ ਲੱਗੇ। ਸਤਿਗੁਰੂ ਜੀ ਆਪਣੇ ਆਸਣ ਤੇ ਬਿਰਾਜਮਾਨ ਹੋ ਗਏ। ਆਪਣੇ ਪਰਿਵਾਰ ਦੇ ਸਮੇਤ ਭਾਈ ਗੁਲਾਬਾ ਵੀ ਸੌਂ ਗਿਆ ਹੈ। ਮਹਾਰਾਜ ਸਾਹਿਬ ਜੀ ਦੀ ਸੇਵਾ ਕਰਕੇ ਪ੍ਰਸ਼ਾਦਾ ਪਾਣੀ ਛਕਾ ਕੇ ਸਤਿਗੁਰੂ ਜੀ ਨੂੰ ਵਿਸਰਾਮ ਦਿਵਾ ਕੇ ਜਦੋਂ ਸਤਿਗੁਰੂ ਜੀ ਬਿਰਾਜ ਗਏ ਤੇ ਭਾਈ ਗੁਲਾਬਾ ਆਪਣੇ ਪਰਿਵਾਰ ਦੇ ਸਹਿਤ ਉਹ ਵੀ ਆਰਾਮ ਕਰਨ ਲੱਗ ਪਿਆ, ਸੌਂ ਗਿਆ। ਪਰ ਸੁੱਤੇ ਹੋਏ ਦੇ ਉਹਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਈ। ਇੱਕ ਵਾਰੀ ਤੇ ਸੌਂ ਗਿਆ ਤੇ ਪਰ ਫੇਰ ਉੱਠ ਪਿਆ। ਫਿਰ ਉਹਦੇ ਮਨ ਵਿੱਚ ਖਿਆਲ ਇਹ ਚੱਲਣ ਲੱਗ ਪਿਆ ਵੀ ਫੌਜ 4 ਚੁਫੇਰੇ ਵੱਡੀ ਗਿਣਤੀ ਦੇ ਵਿੱਚ ਆ ਗਈ ਹੈ, ਤੁਰਕ ਮੈਨੂੰ ਫਾੜ ਹੀ ਨਾ ਲੈਣ ਤੇ ਫੜ ਕੇ ਸਜ਼ਾ ਹੀ ਨਾ ਦੇ ਦੇਣ ਵੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰੇ ਬਿਠਾਈ ਬੈਠਾ ਹੋਏ। ਪਤਾ ਨਹੀਂ ਸਾਧ ਸੰਗਤ ਜੀ ਕਿਹੜੇ ਵੇਲੇ ਅੰਦਰ ਕਿਸ ਤਰ੍ਹਾਂ ਦਾ ਖਿਆਲ ਪੈਦਾ ਹੋ ਜਾਣਾ ਹੈ ਤੇ ਕਿਹੜੇ ਵੇਲੇ ਬਣੀ ਬਣੀ ਭਾਵਨਾ ਟੁੱਟ ਜਾਣੀ ਹੈ। ਭਾਵਨਾ ਬਣਨ ਤੇ ਤਾਂ ਚਿਰ ਲੱਗਦਾ ਹੈ, ਟੁੱਟਣ ਤੇ ਤਾਂ ਚਿਰ ਨਹੀਂ ਲੱਗਦਾ। ਇਹਦੇ ਅੰਦਰ ਪੂਰੀ ਭਾਵਨਾ ਸੀ। ਪਹਿਲਾਂ ਵੇਖੋ ਬਾਗ ਦੇ ਵਿੱਚੋਂ ਆਪਣੇ ਘਰੇ ਲੈ ਕੇ ਆਇਆ। ਪਹਿਲਾਂ ਵੀ ਮਹਾਰਾਜ ਕੋਲੇ ਅਨੰਦਪੁਰ ਸਾਹਿਬ ਜਾਂਦਾ ਹੀ ਰਹਿੰਦਾ ਸੀ ਭਾਈ ਗੁਲਾਬਾ, ਤੇ ਹੁਣ ਉਸ ਰਾਤ ਇਹਦੇ ਮਨ ਵਿੱਚ ਇਹ ਖਿਆਲ ਪੈਦਾ ਹੋ ਗਿਆ ਵੀ ਜੇ ਫੌਜ ਐਡੀ ਵੱਡੀ ਗਿਣਤੀ ਵਿੱਚ ਵਾ, ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਮੈਨੂੰ ਸਜ਼ਾ ਦੇ ਦੇਣਗੇ। ਇਹਦੇ ਮਨ ਅੰਦਰ ਡਰ ਪੈਦਾ ਹੋ ਗਿਆ ਭਾਈ ਗੁਲਾਬੇ ਦੇ। ਸੁੱਤਾ ਪਿਆ ਉੱਠ ਕੇ ਬਹਿ ਗਿਆ ਤੇ ਰਾਤ ਹੀ ਫਿਰ ਮਨ ਵਿੱਚ ਖਿਆਲ ਪੈਦਾ ਹੋਇਆ ਵੀ ਗੁਰੂ ਸਾਹਿਬ ਜੀ ਨੂੰ ਹੁਣੇ ਹੀ ਰੁਖਸਤ ਕਰ ਦੇਵਾਂ, ਵੀ ਵਿਦਾਇਗੀ ਦੇ ਦੇਵਾਂ, ਰਾਤ ਹੀ ਬੇਨਤੀ ਕਰ ਦੇਵਾਂ ਵੀ ਸਤਿਗੁਰੂ ਜੀ ਹੁਣ ਤੁਸੀਂ ਚਲੇ ਜਾਓ ਮੇਰੇ ਘਰੋਂ। ਕਿੱਥੇ ਤੇ ਪਹਿਲੋਂ ਇਹ ਭਾਵਨਾ ਇਹ ਸੀ ਵੀ ਮਾਂ ਪਹਿਲਾਂ ਗੁਰੂ ਸਾਹਿਬ ਦੇ ਚਰਨ ਚੁਬਾਰੇ 'ਚ ਪਾਉਣੇ ਆ ਤੇ ਫਿਰ ਰਹਿائش ਕਰਨੀ ਆ। ਸਮੇਂ ਸਮੇਂ ਦੀ ਖੇਡ ਆ ਸਾਧ ਸੰਗਤ ਜੀ। ਤੇ ਹੁਣ ਐਸੀ ਭਾਵਨਾ ਬਣੀ ਵੀ ਸਜ਼ਾਵਾਂ ਹੀ ਨਾ ਦੇ ਦੇਣ ਮੈਨੂੰ ਫੜ ਕੇ ਇਹ ਸਿਪਾਹੀ, ਤੇ ਮੈਂ ਸਤਿਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਰਾਤ ਹੀ ਰੁਖਸਤ ਕਰ ਦੇਵਾਂ, ਵਿਦਾਇਗੀ ਦੇ ਦੇਵਾਂ। ਸਵਾ ਪਹਿਰ ਰਾਤ ਰਹਿੰਦੀ ਹੈ ਤੇ ਉਸ ਮੌਕੇ ਦੇ ਉੱਤੇ 5 ਇਹਨੇ ਚਾਂਦੀ ਦੇ ਰੁਪਈਏ ਲੈ ਲਏ, ਇੱਕ ਥਾਨ ਲੈ ਲਿਆ, ਕੱਪੜੇ ਦਾ ਇੱਕ ਥਾਨ ਲੈ ਲਿਆ ਤੇ ਉਹਦੇ ਉੱਤੇ 5 ਰੁਪਈਏ ਰੱਖ ਲਏ ਚਾਂਦੀ ਦੇ, ਮਹਾਰਾਜ ਸਾਹਿਬ ਜੀ ਨੂੰ ਭੇਟਾ ਦੇਣ ਵਾਸਤੇ। ਭਾਵ ਵੀ ਭੇਟਾ ਦੇ ਦੇਵਾਂ ਤੇ ਭੇਟਾ ਨੂੰ ਵੇਖ ਕੇ ਗੁਰੂ ਸਾਹਿਬ ਜੀ ਫਿਰ ਆਖਣਗੇ ਵੀ ਹੁਣ ਸਾਨੂੰ ਭੇਟਾ ਦਿੰਦਾ ਤੇ ਵੀ ਸਾਨੂੰ ਕਹਿ ਰਿਹਾ ਵਾ ਕਿ ਚਲੇ ਜਾਓ, ਤੇ ਮਹਾਰਾਜ ਮੇਰੇ ਘਰੋਂ ਚਲੇ ਜਾਣ। ਜਿਹੜਾ ਸਮਾਂ ਗੁਰੂ ਸਾਹਿਬ ਜੀ ਦਾ ਇਸ਼ਨਾਨ ਦਾ ਸੀ ਨਾ, ਉਸ ਮੌਕੇ ਤੇ ਇਸ਼ਨਾਨ ਤੋਂ ਪਹਿਲਾਂ ਹੀ ਹਾਲੇ ਗੁਰੂ ਸਾਹਿਬ ਜੀ ਇਸ਼ਨਾਨ ਦੀ ਤਾਂ ਤਿਆਰੀ ਹੀ ਕਰਦੇ ਆ। ਸਵਾ ਪਹਿਰ ਰਾਤ ਰਹਿੰਦੀ, ਅੰਮ੍ਰਿਤ ਵੇਲਾ ਹੈ, ਤੇ ਇੱਕ ਥਾਨ ਦੇ ਉੱਤੇ ਇਹਨੇ 5 ਰੁਪਈਏ ਰੱਖ ਲਏ। ਹਾਲੇ ਮਹਾਰਾਜ ਸਾਹਿਬ ਜੀ ਨੇ ਤਾਂ ਉੱਠ ਕੇ ਪਲੰਘੇ ਤੋਂ ਇਸ਼ਨਾਨ ਕਰਨਾ ਹੀ ਸੀ। ਉਹੀ ਤਾਂ ਸਤਿਗੁਰੂ ਸਦਾ ਹੀ ਜਾਗਦੇ ਆ, ਸਤਿਗੁਰ ਜਾਗਤਾ ਹੈ ਦਿਓ। ਕਹਿੰਦੇ ਵੀ ਇਹਨੇ ਉੱਠਣ ਤੋਂ ਪਹਿਲਾਂ ਹੀ ਜਾ ਕੇ ਮਹਾਰਾਜ ਨੂੰ ਬਰਾਜਿਆਂ ਹੀ ਜਗਾ ਦਿੱਤਾ ਹੈ। ਬਰਾਜਿਆਂ ਹੀ ਜਗਾ ਕੇ ਤੇ ਸਤਿਗੁਰੂ ਉੱਠ ਕੇ ਬੈਠੇ ਆ ਤੇ ਇਹਦੇ ਵੱਲੇ ਵੇਖਦੇ ਆ ਵੀ ਇਹ ਭਾਈ ਗੁਲਾਬਾ ਕਿਵੇਂ ਵੇਲੇ ਨਾਲ ਹੀ ਆ ਗਿਆ। ਤੇ ਇਹਨੇ ਅੱਗੇ ਉਹ ਥਾਨ ਰੱਖ ਦਿੱਤਾ ਤੇ ਉੱਤੇ 5 ਰੁਪਈਏ ਰੱਖੇ ਤੇ ਮੱਥਾ ਟੇਕ ਦਿੱਤਾ ਸਤਿਗੁਰਾਂ ਨੂੰ। ਤੇ ਵੇਖ ਕੇ ਇਹਦਾ ਉਹ ਥਾਨ ਜਿਹੜਾ ਸੀ ਕੱਪੜੇ ਦਾ ਤੇ 5 ਰੁਪਈਏ ਵੇਖ ਕੇ ਵੀ ਇਹ ਤਾਂ ਸਾਨੂੰ ਵਿਦਾਇਗੀ ਦਿੰਦਾ ਵੀ ਚਲੇ ਜਾਓ।
ਇਹਦੀ ਵਿਦਾਇਗੀ ਵੇਖ ਕਰਕੇ ਸਤਿਗੁਰੂ ਜੀ ਬੋਲੇ ਮਾਰੇ, ਕਹਿੰਦੇ ਭਾਈ ਗੁਲਾਬੇ, ਉਹ ਤੂੰ ਇਹ ਕੀ ਕਿਰਤ ਕਰ ਰਿਹਾ ਹੈ, ਇਹ ਕੀ ਕੰਮ ਕਰ ਰਿਹਾ ਹੈ। ਗਰੀਬ ਨਵਾਜ ਕਹਿੰਦੇ ਧੀਰਜ ਰੱਖ, ਹਿਰਦੇ ਵਿੱਚ ਭਰਮਣਾ ਭਟਕਣਾ, ਪਹਿਲਾਂ ਦੀ ਤਰ੍ਹਾਂ ਪੂਰਬ ਸੰਸਰ ਬਨ ਸਾਵਧਾਨ। ਜਿਵੇਂ ਪਹਿਲਾਂ ਸਾਵਧਾਨ ਸੇ ਨਾ, ਇਸੇ ਤਰ੍ਹਾਂ ਸਾਵਧਾਨ ਬਣ ਕੇ ਰਹਿ, ਤਗੜਾ ਹੋ। ਕਿਉਂ ਭਰਮਦਾ ਹੈ, ਕਿਉਂ ਧੀਰਜ ਡੋਲਦਾ ਤੇਰਾ? ਧੀਰਜ ਰੱਖ ਭਾਈ ਗੁਲਾਬੇ, ਤੇ ਭਟਕਣਾ ਦੇ ਵਿੱਚ ਨਾ ਪੈ, ਭਰਮ ਵਿੱਚ ਨਾ ਪੈ। ਸ੍ਰੀ ਸਤਿਗੁਰ ਤੁਮ ਸਮਰੱਥ ਸਭ ਜਗਤ ਮੈਂ ਗਰੀਬ ਅਮਾਰ। ਤੇ ਬੇਨਤੀ ਕਰਦਾ, ਕਹਿੰਦਾ ਸ੍ਰੀ ਸਤਿਗੁਰੂ ਜੀ, ਤੁਸੀਂ ਸਭ ਤਰ੍ਹਾਂ ਕਰਕੇ ਸਮਰੱਥ ਹੋ, ਪਰ ਮੈਂ ਗਰੀਬ ਹਾਂ, ਮੈਂ ਗਰੀਬ ਮਾਰਿਆ ਜਾਵਾਂਗਾ। ਮਹਾਰਾਜ ਤੁਰਕਾਂ ਦੀ ਫੌਜ ਮੈਨੂੰ ਗ੍ਰਿਫਤਾਰ ਕਰ ਲਵੇਗੀ, ਕੈਦ ਕਰ ਦੇਣਗੇ, ਮੇਰੇ ਸਾਰੇ ਪਰਿਵਾਰ ਨੂੰ ਗਰੀਬ ਨਵਾਜ ਸਜ਼ਾ ਦੇਣਗੇ। ਇਹ ਹਿਰਦੇ ਵਿੱਚ ਡਰਿਆ ਹੋਇਆ, ਇਹਨੂੰ ਡਰੇ ਹੋਏ ਨੂੰ ਵੇਖ ਕੇ ਕਲਗੀਧਰ ਪਾਤਸ਼ਾਹ ਫੇਰ ਬੋਲੇ। ਮਹਾਰਾਜ ਕਹਿੰਦੇ, ਉਹ ਭਾਈ ਗੁਲਾਬਿਆ, ਤੂੰ ਚਿੱਤ ਵਿੱਚ ਭਟਕ ਨਾ, ਇਹ ਭਰਮ ਨਾ ਪਾਲ। ਮਹਾਰਾਜ ਕਹਿੰਦੇ, ਭਾਈ ਗੁਲਾਬੇ, ਜਿਹਦਾ ਗੁਰੂ ਡਾਢਾ ਹੋਵੇ ਉਹਦੇ ਸਿੱਖ ਵੀ ਡਾਢੇ ਹੁੰਦੇ ਆ। ਜਿਹਦਾ ਗੁਰੂ ਤਕੜਾ ਹੋਵੇ ਉਹਦੇ ਸਿੱਖ ਵੀ ਤਗੜੇ ਹੁੰਦੇ, ਕਰਕੇ ਤਗੜਾ ਬਣ। ਕਹਿੰਦਾ ਮਹਾਰਾਜ ਤੁਸੀਂ ਸਮਰੱਥ ਹੋ, ਮੈਂ ਗਰੀਬ ਹਾਂ। ਸਤਿਗੁਰੂ ਕਹਿੰਦੇ ਨਹੀਂ, ਜਿਹਦਾ ਗੁਰੂ ਤਗੜਾ ਹੋਵੇ ਉਹਦੇ ਸਿੱਖ ਵੀ ਤਗੜੇ ਹੁੰਦੇ ਆ। ਇਸ ਕਰਕੇ ਹੌਸਲਾ ਰੱਖ, ਧੀਰਜ ਰੱਖ, ਤੇ ਡਾਢਾ ਬਣ, ਤਕੜਾ ਬਣ, ਇਸ ਤਰ੍ਹਾਂ ਢਿੱਲਾ ਨਾ ਹੋ। ਜਿਹੇ ਗੁਰ ਡਾਢੇ ਤਿਹ ਸਿੱਖ ਡਾਢੇ, ਲੱਗਣ ਨਾ ਪਾਵੇ ਤਾਤੀ ਵਾਏ। ਮਹਾਰਾਜ ਕਹਿੰਦੇ ਸਿੱਖਾ ਤੈਨੂੰ ਤੱਤੀ ਵਾਹ ਨਹੀਂ ਲੱਗੇਗੀ ਭਾਈ ਗੁਲਾਬਿਆ। ਫਿਰ ਇਹਨੇ ਬੇਨਤੀ ਕੀਤੀ, ਕਹਿੰਦਾ ਸ੍ਰੀ ਸਤਿਗੁਰੂ ਜੀ, ਤੁਸੀਂ ਵੱਡੇ ਸਮਰੱਥ ਹੋ, ਵੱਡੇ ਬਲ ਵਾਲੇ ਹੋ, ਪਰ ਮੈਂ ਮਾੜਾ ਹਾਂ, ਮੇਰਾ ਬਚਾਅ ਨਹੀਂ ਹੋਵੇਗਾ, ਤੁਰਕ ਮੈਨੂੰ ਫੜ ਲੈਣਗੇ, ਸਜ਼ਾ ਦੇਣਗੇ। ਜਬ ਪੁਰ ਮੈਂ ਹੋਵੋ ਬਿਦਤਾ। ਕਹਿਣ ਲੱਗਾ ਮਹਾਰਾਜ, ਜਦੋਂ ਨਗਰ ਵਿੱਚ ਇਹ ਗੱਲ ਦਾ ਪਤਾ ਲੱਗ ਜਾਵੇਗਾ ਨਾ ਵੀ ਗੁਲਾਬੇ ਦੇ ਘਰੇ ਗੁਰੂ ਗੋਬਿੰਦ ਸਿੰਘ ਜੀ ਆ, ਫਿਰ ਮੈਨੂੰ ਉਹ ਫੜ ਲੈਣਗੇ, ਫਿਰ ਕੋਈ ਯਤਨ ਨਹੀਂ ਹੋਵੇਗਾ। ਫਿਰ ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਗੁਲਾਬਿਆ, ਤੂੰ ਮਾੜਾ ਨਹੀਂ ਹੈ। ਜਿਸ ਦਾ ਗੁਰੂ ਤਕੜਾ ਹੈ ਤੇ ਤਕੜਾ ਗੁਰੂ ਤੈਨੂੰ ਵੀ ਤਗੜਾ ਬਣਾ ਦੇਵੇਗਾ। ਮਹਾਰਾਜ ਕਹਿੰਦੇ ਤੇਰਾ ਵਾਲ ਵੀ ਵਿੰਗਾ ਨਹੀਂ ਹੋਵੇਗਾ, ਤੇਰੇ ਅਸੀਂ ਅੰਗ ਸੰਗ ਸਹਾਈ ਹੋਵਾਂਗੇ, ਤੇਰਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਨਿਤਾ ਪ੍ਰਤੀ ਅਸੀਂ ਤੇਰੀ ਸਹਾਇਤਾ ਕਰਾਂਗੇ। ਅੰਗ ਸੰਗ ਨਿਤ ਬਣਹਿ ਸਹਾਈ, ਤੇਰੇ ਅੰਗ ਸੰਗ ਹੋ ਕਰਕੇ ਨਿਤ ਤੇਰੀ ਸਹਾਇਤਾ ਕਰਾਂਗੇ, ਤੇਰਾ ਵਾਲ ਵਿੰਗਾ ਨਹੀਂ ਹੋਣ ਦਿੰਦੇ। ਪਰ ਇਹਨੇ ਤੀਜਾ ਬਚਨ ਵੀ ਗੁਰੂ ਸਾਹਿਬ ਜੀ ਦਾ ਨਹੀਂ ਮੰਨਿਆ ਸਾਧ ਸੰਗਤ ਜੀ। ਫਿਰ ਕਹਿਣ ਲੱਗਾ ਮੈਂ ਮਾੜਾ ਹਾਂ ਸਤਿਗੁਰੂ, ਮੇਰਾ ਬਚਾਅ ਨਹੀਂ ਹੋਣਾ ਹੈ। ਫਿਰ ਮਹਾਰਾਜ ਨੇ ਬਚਨ ਕਰ ਦਿੱਤਾ ਵੀ ਗੁਲਾਬਿਆ ਰਹੋ ਤੁਮ ਮਾੜੇ, ਤੂੰ ਮਾੜਾ ਹੀ ਰਹਿਣਾ ਚਾਹਣਾ ਹੈ ਤੇ ਰਹਿ ਫਿਰ ਮਾੜਾ ਹੀ। ਅਸੀਂ ਤੈਨੂੰ ਜ਼ੋਰਾਵਰ ਬਣਾਉਣਾ ਚਾਹੁੰਦੇ ਸਾਂ, ਤੈਨੂੰ ਤਗੜਾ ਬਣਾਉਣਾ ਚਾਹੁੰਦੇ ਸਾਂ, ਪਰ ਤੂੰ ਤਕੜੀ ਵੱਡੀ ਪਦਵੀ ਅਸੀਂ ਤੈਨੂੰ ਦੇਣਾ ਚਾਹੁੰਦੇ ਸੀ, ਤੂੰ ਪ੍ਰਾਪਤ ਹੀ ਨਹੀਂ ਕੀਤੀ। ਤਿੰਨ ਬਚਨ ਮਹਾਰਾਜ ਨੇ ਕੀਤੇ, ਵਾਰ-ਵਾਰ ਇਹੀ ਕਹੀ ਗਿਆ ਵੀ ਮੈਂ ਮਾੜਾ ਹਾਂ, ਮੈਂ ਮਾੜਾ। ਤੇ ਸਤਿਗੁਰੂ ਗਰੀਬ ਨਵਾਜ ਕਹਿੰਦੇ ਵੀ ਫਿਰ ਭਾਈ ਗੁਲਾਬਿਆ ਰਹਿ ਮਾੜਾ, ਅਸੀਂ ਤਾਂ ਤੈਨੂੰ ਤਕੜਾਈ ਦੀ ਪਦਵੀ ਦੇਣਾ ਚਾਹੁੰਦੇ ਸਾਂ, ਵੱਡੀ ਪਦਵੀ।
ਕਿੰਨੇ ਵੇਖੋ ਬਚਨ ਮਹਾਰਾਜ ਨੇ ਕੀਤੇ ਵੀ ਤੇਰੇ ਅੰਗ ਸੰਗ ਸਹਾਈ ਹੋਵਾਂਗੇ, ਤੇਰਾ ਵਾਲ ਨਹੀਂ ਵਿੰਗਾ ਹੁੰਦਾ, ਤੈਨੂੰ ਤੱਤੀ ਵਾਹ ਨਹੀਂ ਲੱਗਦੀ, ਪਰ ਡੋਲ ਗਿਆ। ਮਹਾਰਾਜ ਕਹਿੰਦੇ ਤੈਨੂੰ ਅਸੀਂ ਤਕੜੀ ਪਦਵੀ ਦੇਣਾ ਚਾਹੁੰਦੇ ਸੀ, ਪਰ ਤੂੰ ਜੇ ਮਾੜਾ ਹੀ ਰਹਿਣਾ ਚਾਹੁੰਦਾ ਤੇਰੇ ਭਾਗਾਂ 'ਚ ਨਹੀਂ ਹੈ, ਫਿਰ ਰਹਿ ਮਾੜਾ ਹੀ। ਐਸਾ ਬਚਨ ਕਰ ਦਿੱਤਾ ਗਰੀਬ ਨਵਾਜ ਨੇ। ਇੱਥੋਂ ਅੱਗੇ ਸਾਧ ਸੰਗਤ ਜੀ ਇੱਕ ਪਹਿਲਾਂ ਦਾ ਪ੍ਰਸੰਗ ਹੋਣਾ ਆਰੰਭ ਹੋਇਆ ਹੈ ਕਿ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਇੱਕ ਵਾਰੀ ਆਨੰਦਪੁਰ ਸਾਹਿਬ ਤੋਂ ਕੁਰੂਕਸ਼ੇਤਰ ਦੀ ਧਰਤੀ ਨੂੰ ਗਰੀਬ ਨਵਾਜ ਸਾਹਿਬ ਜੀ ਗਏ ਸੀ ਨਾ, ਉਦੋਂ ਮਹਾਰਾਜ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਉਤਾਰਾ ਕੀਤਾ ਸੀ। ਇਹ ਪਹਿਲਾਂ ਦੀ ਗਾਥਾ ਹੈ। ਆਨੰਦਪੁਰ ਸਾਹਿਬ ਤੋਂ ਇੱਕ ਵਾਰੀ ਕੁਰੂਕਸ਼ੇਤਰ ਨੂੰ ਜਾਂਦਿਆਂ ਸਤਿਗੁਰੂ ਜੀ ਚਮਕੌਰ ਨਗਰ ਵਿੱਚ ਉਤਰੇ ਸਨ। ਉਸ ਮੌਕੇ ਤੇ ਚਮਕੌਰ ਨਗਰ ਦਾ ਜਿਹੜਾ ਚੌਧਰੀ ਸੀ ਨਾ, ਉਹਦਾ ਨਾਮ ਸੀ ਨਿਹਾਲਾ। ਉਸ ਭਾਈ ਨਿਹਾਲੇ ਨੇ ਬੜੀ ਭਾਵਨਾ ਨਾਲ ਕਲਗੀਧਰ ਪਾਤਸ਼ਾਹ ਜੀ ਦੀ ਸੇਵਾ ਕੀਤੀ ਸੀ। ਉਸ ਮੌਕੇ ਤੇ ਜਦੋਂ ਭਾਈ ਨਿਹਾਲੇ ਨੇ ਨਗਰ ਦੇ ਚੌਧਰੀ ਨੇ ਸੇਵਾ ਕੀਤੀ ਸੀ ਨਾ ਬਹੁਤ ਭਾਵਨਾ ਨਾਲ, ਤੇ ਲਾਗੇ ਲਾਗੇ ਨੇ ਨਗਰਾਂ ਦੀ ਸੰਗਤ ਨੂੰ ਜਦੋਂ ਪਤਾ ਲੱਗਾ ਵੀ ਚਮਕੌਰ ਨਗਰ ਵਿੱਚ ਕਲਗੀਧਰ ਪਾਤਸ਼ਾਹ ਆਏ ਆ, ਤੇ ਸਾਰੇ ਨਗਰਾਂ ਦੀ ਸੰਗਤ ਫਿਰ ਭੇਟਾ ਲੈ ਕੇ ਚਮਕੌਰ ਨਗਰ ਵਿੱਚ ਪਹੁੰਚੀ ਸੀ ਭਾਵਨਾ ਦੇ ਨਾਲ। ਤੇ ਮਾਛੀਵਾੜੇ ਪਿੰਡ ਦੀ ਇੱਕ ਸਿੱਖਣੀ ਖੱਤਰੀ ਬਰਾਦਰੀ ਦੇ ਵਿੱਚੋਂ ਸੀ, ਖਤਰਾਣੀ ਲਿਖਿਆ। ਮਾਛੀਵਾੜੇ ਦੀ ਇੱਕ ਖਤਰਾਣੀ ਸੀ, ਤਾਂ ਉਹਨੇ ਆਪਣੇ ਹਿਰਦੇ ਵਿੱਚ ਬਹੁਤਾ ਪ੍ਰੇਮ ਧਾਰਨ ਕਰਕੇ ਗੁਰੂ ਸਾਹਿਬ ਜੀ ਦੇ ਇੱਥੇ ਚਮਕੌਰ ਪਿੰਡ ਵਿੱਚ ਜਾ ਕੇ ਦਰਸ਼ਨ ਕੀਤੇ ਸਨ। ਤੇ ਸੂਖਮ ਬਸਤਰ ਉਹਨੇ ਹੱਥੀਂ ਕੱਤਿਆ ਸੀ, ਤਿਆਰ ਕੀਤਾ ਸੀ ਇੱਕ ਥਾਨ, ਬੜਾ ਬਰੀਕ ਕੱਪੜਾ, ਤੇ ਇੱਕ ਥਾਨ ਉਹਨੇ ਆ ਕੇ ਕਲਗੀਧਰ ਪਾਤਸ਼ਾਹ ਨੂੰ ਉਸ ਮੌਕੇ ਚਮਕੌਰ ਪਿੰਡ ਵਿੱਚ ਪਹੁੰਚ ਕੇ ਮਾਛੀਵਾੜੇ ਤੋਂ ਤੇ ਜਾ ਕੇ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਸੀ, ਤੇ ਉਹ ਸੋਹਣਾ ਬਸਤਰ ਜਿਹੜਾ ਥਾਨ ਸੀ ਉਹ ਭੇਟ ਕੀਤਾ ਹੈ ਸੀ। ਤੇ ਸਤਿਗੁਰੂ ਜੀ ਉਹਦੀ ਉਹ ਥਾਨ ਕੱਪੜੇ ਦੀ ਭੇਟਾ ਲੈ ਕੇ ਨਾ, ਉਹਨੇ ਪ੍ਰੇਮ ਨਾਲ ਜਿਹੜਾ ਕੱਤ ਕੇ ਗੁਰੂ ਜੀ ਨੂੰ ਭੇਟ ਕੀਤਾ ਸੀ, ਉਹ ਭੇਟਾ ਮਹਾਰਾਜ ਨੇ ਪ੍ਰਵਾਨ ਕੀਤੀ ਤੇ ਬਚਨ ਕੀਤਾ ਸੀ ਵੀ ਸਿੱਖਣੀਏ ਜਾਚਹੁ ਚਿੱਤ ਲੋਰ, ਜਿਹੜੀ ਤੇਰੇ ਚਿੱਤ ਵਿੱਚ ਲੋੜ ਹੈ ਨਾ, ਜੋ ਇੱਛਾ ਹੈ ਉਹ ਤੂੰ ਮੰਗ ਲਾ, ਤੈਨੂੰ ਗੁਰੂ ਘਰੋਂ ਮਿਲੇਗਾ। ਤਾਂ ਉਸ ਸਿੱਖਣੀ ਨੇ ਫਿਰ ਹੱਥ ਜੋੜ ਕੇ ਬੰਦਨ ਕਰਕੇ ਮੱਥਾ ਟੇਕ ਕੇ ਬੇਨਤੀ ਕੀਤੀ ਸੀ ਕਿ ਪਾਤਸ਼ਾਹੋ ਮੇਰੀ ਅਰਦਾਸ, ਪਾਤਸ਼ਾਹ ਮੇਰੀ ਅਰਦਾਸ ਹੈ। ਇਹ ਹਰ ਸਾਲ ਸਾਧ ਸੰਗਤ ਜੀ ਇੱਕ ਬਸਤਰ ਭੇਟ ਕਰਿਆ ਕਰਦੀ ਸੀ ਕਲਗੀਧਰ ਪਾਤਸ਼ਾਹ। ਇਹ ਮਾਈ ਮਾਛੀਵਾੜੇ ਦੀ ਮਾਈ ਹੈ, ਤਾਂ ਹਰ ਸਾਲ ਪਹਿਲਾਂ ਆਨੰਦਪੁਰ ਸਾਹਿਬ ਜਾ ਕੇ ਵੀ ਇਹ ਥਾਨ ਭੇਟ ਕਰਕੇ ਆਉਂਦੀ ਹੁੰਦੀ ਸੀ। ਕਲਗੀਧਰ ਪਾਤਸ਼ਾਹੀ ਨੂੰ ਇਹਨੇ ਬਸਤਰ ਭੇਟ ਕਰਨਾ। ਉਸ ਮੌਕੇ ਤੇ ਇਹਨੇ ਮਾਛੀਵਾੜੇ ਤੋਂ ਚਮਕੌਰ ਪਿੰਡ ਵਿੱਚ ਜਾ ਕਰਕੇ ਇਹਨੇ ਇਹ ਥਾਨ ਭੇਟ ਕੀਤਾ ਸੀ। ਹੁਣ ਬਜ਼ੁਰਗ ਹੋਈ ਸੀ ਉਦੋਂ, ਤਾਂ ਇਸ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਹੁਣ ਹੋ ਗਈ ਹਾਂ ਬਿਰਧ, ਬਜ਼ੁਰਗ ਹੋ ਗਈ ਹਾਂ, ਤੇ ਮੇਰੇ ਤੋਂ ਹੁਣ ਤੁਰਿਆ ਨਹੀਂ ਜਾਂਦਾ, ਆਪ ਜੀ ਦੇ ਪਾਸ ਮੈਂ ਪਹੁੰਚ ਨਹੀਂ ਸਕਦੀ ਆਨੰਦਪੁਰ ਸਾਹਿਬ। ਇੱਥੇ ਹੁਣ ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਚਮਕੌਰ ਨਗਰ ਵਿੱਚ ਆਏ ਹੋ, ਤੇ ਮੈਂ ਮਹਾਰਾਜ ਆਪਣਾ ਜਿਹੜਾ ਇਹ ਮੇਰਾ ਨੇਮ ਹੈ ਕਿ ਸਾਲ ਬਾਅਦ ਮੈਂ ਆਪ ਜੀ ਨੂੰ ਬਸਤਰ ਭੇਟ ਕਰਦੀ, ਇੱਥੇ ਲਿਆ ਕੇ ਭੇਟ ਕੀਤਾ ਹੈ। ਤੇ ਮਹਾਰਾਜ ਮੈਂ ਤਾਂ ਆਪ ਜੀ ਨੂੰ ਜੋ ਸਾਲ ਬਾਅਦ ਸੋਹਣਾ ਸੂਤ ਕੱਤ ਕੇ ਤੇ ਆਪ ਜੀ ਨੂੰ ਭੇਟ ਦਿੰਦੀ ਹਾਂ, ਬਸਤਰ ਭੇਟ ਕਰਦੀ ਹਾਂ। ਤੇ ਹੁਣ ਮਹਾਰਾਜ ਅਗਲੇ ਸਮੇਂ ਵਿੱਚ ਜਿੰਨਾ ਚਿਰ ਮੇਰੇ ਸਵਾਸ ਚੱਲਦੇ ਆਖਰੀ ਸਮੇਂ ਤੀਕ ਮੇਰੀ ਭੇਟਾ ਲੈਂਦੇ ਰਹੋ, ਤੇ ਮੇਰਾ ਤੇ ਸਰੀਰ ਬਜ਼ੁਰਗ ਹੋ ਗਿਆ, ਮੈਂ ਆਨੰਦਪੁਰ ਸਾਹਿਬ ਆ ਨਹੀਂ ਸਕਦੀ। ਤੇ ਸਤਿਗੁਰੂ ਜੀ ਮੇਰੀ ਇਹ ਆਸ ਕਿਵੇਂ ਪੂਰੀ ਹੋਵੇ, ਕਿਉਂਕਿ ਮਹਾਰਾਜ ਨੇ ਆਖਿਆ ਸੀ ਮੰਗ,
ਜੋ ਮੰਗੇ ਦਈਏ। ਤੇ ਉਹਨੇ ਆਖਿਆ ਸੀ ਮਹਾਰਾਜ ਮੇਰੀ ਇਹੀ ਮੰਗ ਆ ਵੀ ਆਖਰੀ ਸਮੇਂ ਤੀਕ ਮੇਰੀ ਇਹ ਜਿਹੜੀ ਭਾਵਨਾ ਨਾ ਮੈਂ ਆਪ ਜੀ ਨੂੰ ਬਸਤਰ ਭੇਟ ਕਰਦੀ ਰਹਾ। ਸੁਣ ਗੁਰ ਕੇ ਪ੍ਰਸਤ ਰਾਮ ਲੈ ਜੈ ਮੇਰਾ ਸਹਿਬ ਤਿਸੀ ਪੁਰੇ ਆਏ। ਸਤਿਗੁਰੂ ਕਹਿੰਦੇ ਵੀ ਆਖਰੀ ਸਮੇਂ ਦਾ ਬਸਤਰ ਵੀ ਤੇਰੇ ਤੋਂ ਲੈ ਲਵਾਂਗੇ। ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਵੀ ਤੇਰੀ ਭੇਟਾ ਸੀ, ਤੂੰ ਹੁਣ ਕੱਤ ਬਣਾ ਕੇ ਆਪਣੇ ਘਰੇ ਹੀ ਰੱਖੀ, ਹੁਣ ਤੂੰ ਬਜ਼ੁਰਗ ਹੋ ਗਈ ਹੈ ਤੇ ਆਉਣ ਦੀ ਖੇਚਲ ਨਾ ਕਰੀ, ਅਸੀਂ ਆਵਾਂਗੇ ਤੇਰੇ ਕੋਲੇ, ਅਸੀਂ ਤੇਰੇ ਕੋਲੇ ਆਵਾਂਗੇ ਤੇ ਤੇਰੀ ਭੇਟਾ ਲੈ ਲਵਾਂਗੇ। ਜਿਹੜਾ ਸਾਧ ਸੰਗਤ ਜੀ ਭਾਵਨਾ ਨਾਲ ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦਾ ਨਾ ਤੇ ਸਤਿਗੁਰੂ ਸਿੱਖ ਦੇ ਘਰੇ ਆਪ ਚਲੇ ਜਾਂਦੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਈ ਭਾਗ ਭਰੀ ਨੇ ਕਸ਼ਮੀਰ ਵਿੱਚ ਖੱਦਰ ਦਾ ਥਾਨ ਤਿਆਰ ਕਰਕੇ ਸਿਮਰਿਆ ਸੀ ਤੇ 6ਵੇਂ ਪਾਤਸ਼ਾਹ ਮਾਈ ਭਾਗ ਭਰੀ ਦਾ ਖੱਦਰ ਦਾ ਚੋਲਾ ਜਾ ਕਰਕੇ ਕਸ਼ਮੀਰ ਵਿੱਚ ਜਾ ਕੇ ਪਹਿਨਿਆ ਸੀ। 6ਵੇਂ ਪਾਤਸ਼ਾਹ ਨੇ, 10ਮ ਪਾਤਸ਼ਾਹ ਨੇ ਬਚਨ ਕੀਤਾ ਵੀ ਤੁਸੀਂ ਕੱਤ ਬਣਾ ਕੇ ਰੱਖਿਓ, ਅਸੀਂ ਆਪ ਆਵਾਂਗੇ ਤੇ ਆ ਕੇ ਤੁਹਾਡਾ ਜਿਹੜਾ ਉਹ ਬਸਤਰ ਪਹਿਨ ਲਵਾਂਗੇ। ਹਾਂ, ਤੁਸੀਂ ਕੱਤ ਬਣਾ ਕੇ ਤਿਆਰ ਕਰਕੇ ਰੱਖ ਲੈਣਾ, ਅਸੀਂ ਆਪ ਆਵਾਂਗੇ ਤੁਹਾਡੇ ਨਗਰ ਵਿੱਚ, ਅਸੀਂ ਉਹ ਬਸਤਰ ਤਿਆਰ ਕਰਵਾ ਕੇ ਪਹਿਨ ਵੀ ਲਵਾਂਗੇ, ਆਪ ਚੋਲਾ ਪਹਿਨਾਂਗੇ ਅਸੀਂ। ਮਹਾਂਪ੍ਰਸ਼ਾਦ ਤੋਂ ਭਾਵ ਹੈ ਕੜਾਹ ਪ੍ਰਸ਼ਾਦ। ਕੜਾਹ ਪ੍ਰਸ਼ਾਦ ਤੋਂ ਵੱਡਾ ਕੋਈ ਪ੍ਰਸ਼ਾਦ ਹੀ ਨਹੀਂ ਹੈ ਦੁਨੀਆ ਵਿੱਚ, ਇਹੀ ਸਭ ਤੋਂ ਵੱਡਾ ਮਹਾਨ ਪ੍ਰਸ਼ਾਦ ਹੈ। ਔਰ ਇਹ ਦਰਗਾਹੀ ਪ੍ਰਸ਼ਾਦ ਹੈ ਸਾਧ ਸੰਗਤ ਜੀ। ਇਹ ਸੱਚਖੰਡ ਚੋਂ ਲਿਆਂਦੀ ਕੜਾਹ ਪ੍ਰਸ਼ਾਦੀ ਦੇ ਗੁਰੂ ਨਾਨਕ ਸਾਹਿਬ ਮਹਾਰਾਜ। ਜਿੱਥੇ ਮੂਲ ਮੰਤਰ ਸੱਚਖੰਡ ਚੋਂ ਲਿਆਂਦਾ ਨਾ, ਉੱਥੇ ਕੜਾਹ ਪ੍ਰਸ਼ਾਦ ਵੀ ਸੱਚਖੰਡ ਚੋਂ ਹੀ ਲੈ ਕੇ ਆਂਦਾ। ਕੜਾਹ ਪ੍ਰਸ਼ਾਦ ਦੀ ਮਰਿਆਦਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਕੀਤੇ, ਫਿਰ 10 ਪਾਤਸ਼ਾਹੀਆਂ ਨੇ ਇਸੇ ਮਰਿਆਦਾ ਨੂੰ ਅੱਗੇ ਕਾਇਮ ਕੀਤਾ, ਇਸੇ ਨੂੰ ਮਹਾਰਾਜ ਨੇ ਪ੍ਰਫੁੱਲਤ ਕੀਤਾ। ਇਤਿਹਾਸ ਵਿੱਚ ਦੋਹਾਂ ਥਾਵਾਂ ਤੇ ਜ਼ਿਕਰ ਆਉਂਦਾ ਹੈ, ਵਿਸ਼ੇਸ਼ ਕਰਕੇ ਉਂਝ ਤੇ ਹਜ਼ਾਰਾਂ ਥਾਵਾਂ ਤੇ ਆਉਂਦਾ, ਪਰ ਮੁੱਖ ਰੂਪ ਦੇ ਵਿੱਚ ਕੜਾਹ ਪ੍ਰਸ਼ਾਦ ਦੇ ਬਾਰੇ। ਇੱਕ ਤਾਂ ਜਦੋਂ ਮਹਾਰਾਜ ਜੀ ਗਏ ਸੀ ਦਸਤਗੀਰ ਪੀਰ ਦੇ ਪਾਸ ਬਗਦਾਦ ਦੇ ਵਿੱਚ, ਜਦੋਂ ਸਤਿਗੁਰੂ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ, ਇਹ ਬਚਨ ਕਹੇ ਸੀ ਨਾ, ਤੇ ਉਹ ਪੀਰ ਦਾ ਚੇਲਾ ਸੁਣ ਕੇ ਪੀਰ ਕੋਲੇ ਗਿਆ ਸੀ ਤੇ ਪੀਰ ਨੇ ਜਾ ਕੇ ਆਖਿਆ ਵੀ ਇਹ ਕੋਈ ਮਹਾਂਪੁਰਖ ਆਏ, ਫਕੀਰ ਆਏ ਆ, ਉਹਨਾਂ ਨੇ ਲੱਖਾਂ ਪਤਾਲ ਲੱਖਾਂ ਆਕਾਸ਼ ਕਹੇ। ਉਹ ਦਸਤਗੀਰ ਪੀਰ ਨੇ ਆਪਣੇ ਸਾਰੇ ਚੇਲੇ ਚਾਟੜੇ ਨਾਲ ਲਏ, ਨਗਰ ਦੇ ਲੋਕ ਨਾਲ ਲਏ, ਉਹਨਾਂ ਨੂੰ ਆਖਿਆ ਵੀ ਜਾ ਕੇ ਵੱਟੇ ਮਾਰੋ, ਉਹਨਾਂ ਦੇ ਪੱਥਰ ਮਾਰੋ। ਜਦੋਂ ਮਹਾਰਾਜ ਸਾਹਿਬ ਜੀ ਦੇ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦੇ ਪੱਥਰ ਮਾਰਨ ਲੱਗੇ ਸੀ ਨਾ, ਬਾਹਾਂ ਉੱਪਰ ਨੂੰ ਕੀਤੀਆਂ ਤੇ ਸਤਿਗੁਰੂ ਜੀ ਨੇ ਆਖਿਆ ਸਤਿ ਸ੍ਰੀ ਅਕਾਲ ਗੁਰ ਬਰਿ ਅਕਾਲ, ਇਹ ਬਚਨ ਕਹੇ ਗੁਰੂ ਨਾਨਕ ਸਾਹਿਬ ਮਹਾਰਾਜ। ਜਦੋਂ ਗੁਰ ਬਰਿ ਅਕਾਲ ਇਹ ਬਚਨ ਕਹੇ, ਹੱਥਾਂ 'ਚ ਹੀ ਵੱਟੇ ਫੜੇ ਰਹਿ ਗਏ, ਬਾਹਾਂ ਤਾਂ ਹੀ ਰਹਿ ਗਈਆਂ ਜਿਵੇਂ ਪੱਥਰ ਦੀਆਂ ਮੂਰਤੀਆਂ ਖਿਲਾਰੀਆਂ ਹੁੰਦੀਆਂ, ਜਿਵੇਂ ਲੱਕੜ ਦੇ ਬਣਾ ਕੇ ਖਿਲਾਰੇ ਹੁੰਦੇ। ਫਿਰ ਦਸਤਗੀਰ ਪੀਰ ਮਹਾਰਾਜ ਦੇ ਚਰਨੀ ਪਿਆ, ਨਮਸਕਾਰ ਕੀਤੀ ਤੇ ਉਹਨੇ ਬੇਨਤੀ ਕੀਤੀ ਮਹਾਰਾਜ ਇਹਨਾਂ ਦੀਆਂ ਬਾਹਾਂ ਥੱਲੇ ਲਾਓ। ਫਿਰ ਉਹਨਾਂ ਦੀਆਂ ਬਾਹਾਂ ਥੱਲੇ ਹੋਈਆਂ। ਫਿਰ ਉਹਨੇ ਵਿਚਾਰ ਕੀਤੀ ਤੇ ਫਿਰ ਕਹਿਣ ਲੱਗਾ ਜੀ ਤੁਸੀਂ ਲੱਖਾਂ ਪਤਾਲ ਲੱਖਾਂ ਆਕਾਸ਼ ਆਖੇ। ਮਹਾਰਾਜ ਕਹਿੰਦੇ ਵੀ ਇਹਨਾਂ ਦਾ ਕੋਈ ਅੰਤ ਨਹੀਂ, ਜਿੰਨੇ ਵਾਹਿਗੁਰੂ ਨੇ ਵਿਖਾਏ ਉਹਨੇ ਕਹਿ ਦਿੱਤੇ। ਕਹਿਣ ਲੱਗਾ ਵੀ ਮੈਨੂੰ ਵੀ ਵਿਖਾਓ। ਸਤਿਗੁਰੂ ਕਹਿੰਦੇ ਚੱਲ ਸਾਡੇ ਨਾਲ। ਕਹਿੰਦਾ ਮੇਰੇ ਆ ਬੇਟੇ ਨੂੰ ਚੇਲੇ ਨੂੰ ਨਾਲ ਲੈ ਜਾਓ। ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਵਿੱਚ ਲਿਖਿਆ ਨਾਲ ਲੀਤਾ ਬੇਟਾ ਪੀਰ ਕਾ ਅੱਖੀ ਮੀਟ ਗਿਆ ਹਵਾਈ, ਲੱਖ ਪਾਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਅੱਖ ਦੇ ਫੁਰਕਣ ਜਿੰਨੇ ਸਮੇਂ ਵਿੱਚ ਪੀਰ ਦੇ ਬੇਟੇ ਨੂੰ ਉੱਥੋਂ ਮਹਾਰਾਜ ਲੈ ਕਰਕੇ ਅੰਤਰ ਧਿਆਨ ਹੋਏ, ਉੱਥੋਂ ਗੁਪਤ ਹੋਏ, ਤੇ ਦੂਜੇ ਪਾਸੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵਿਖਾ ਦਿੱਤੇ। ਤੇ ਉਹ ਵੇਂਦਾ ਵੇਂਦਾ ਥੱਕ ਗਿਆ, ਕਹਿੰਦਾ ਬਾਬਾ ਜੀ ਹੁਣ ਅੱਗੇ ਨਹੀਂ ਵੇਖੇ ਜਾਂਦੇ, ਪਿੱਛੇ ਲੈ ਚੱਲੋ। ਇਧਰਲੇ ਪਾਸੇ ਵਾਲੇ ਅੱਖ ਝਮਕਣ ਜਿੰਨਾ ਸਮਾਂ ਹੀ ਹੋਇਆ। ਇਹ ਗੁਰੂ ਕੀ ਲੀਲਾ, ਗੁਰੂ ਕੀ ਸ਼ਕਤੀ ਨੂੰ ਕੌਣ ਜਾਣ ਸਕਦਾ ਹੈ। ਹੁਣ ਇਹ ਜਿਹੜਾ ਇੱਥੇ ਬਚਨ ਆਇਆ ਨਾ ਵੀ ਅੱਖ ਫਰਕ ਵਿੱਚ ਹੀ ਵਿਖਾ ਦਿੱਤੇ, ਤੇ ਅਸੀਂ ਆਪਣੇ ਦਿਮਾਗ ਨਾਲ ਸੋਚਣਾ ਵੀ ਅੱਖ ਫਰਕਣ ਵਿੱਚ ਤੇ ਥੋੜਾ ਜਿਹਾ ਥਾਂ ਨਹੀਂ ਵੇਖਿਆ ਜਾਂਦਾ ਤੇ ਲੱਖਾਂ ਪਤਾਲ ਲੱਖਾਂ ਆਕਾਸ਼ ਕਿਵੇਂ ਵੇਖ ਲਵਾਂਗੇ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਲਿਖਿਆ ਵੀ ਅੱਖ ਫਰਕਣ ਜਿੰਨੇ ਸਮੇਂ ਵਿੱਚ ਪਰਮੇਸ਼ਰ ਨੇ ਸਾਰਾ ਕੁਝ ਬਣਾਇਆ,
ਬਣਾਉਣ ਤੇ ਜ਼ਿਆਦਾ ਸਮਾਂ ਲੱਗਦਾ ਕਿ ਵੇਖਣ ਤੇ ਜ਼ਿਆਦਾ ਸਮਾਂ ਲੱਗਦਾ? ਕੋਈ ਚੀਜ਼ ਬਣਾਉਣ ਤੇ ਜ਼ਿਆਦਾ ਸਮਾਂ ਲੱਗਦਾ ਨਾ। ਜਾਣੋ ਕਿ ਆ ਦਰਬਾਰ ਆ ਗੁਰੂ ਸਾਹਿਬ ਜੀ ਦਾ, ਸ੍ਰੀ ਬੇਰ ਸਾਹਿਬ। ਆਪਾਂ ਦਰਸ਼ਨ ਕਰ ਰਹੇ ਹਾਂ, ਸਾਰੇ ਚਾਰ ਚੁਫੇਰਿਓਂ ਦਿਸ ਰਿਹਾ ਵਾ, ਪਰ ਬਣਾਉਣ ਤੇ ਇੰਨਾ ਸਮਾਂ ਥੋੜ੍ਹਾ ਲੱਗਾ ਜਿੰਨਾ ਵੇਖਣ ਤੇ ਲੱਗਦਾ। ਬਣਾਉਣ ਤੇ ਸਾਲਾਂ ਸਮਾਂ ਲੱਗ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਅੱਖ ਝਮਕਣ ਜਿੰਨੇ ਸਮੇਂ 'ਚ ਬਣਾਈ ਆ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਇਸ ਕਰਕੇ ਸਮਝ ਤੋਂ ਪਰੇ ਦੀਆਂ ਗੱਲਾਂ। ਭਾਈ ਵੀਰ ਸਿੰਘ ਜੀ ਨੇ ਆਖਿਆ, ਸਮਝਦਿਆਂ ਸਮਝਦਿਆਂ ਉਡਾਰੀਆਂ ਮਾਰਦਿਆਂ ਬੁੱਧੀ ਦੇ ਖੰਭ ਹੀ ਝੜ ਜਾਂਦੇ ਆ। ਬੁੱਧੀ ਦੇ ਖੰਭ ਹੀ ਝੜ ਜਾਂਦੇ ਆ, ਸਮਝ ਤੋਂ ਪਰੇ ਦੀ ਗੱਲ। ਜਦੋਂ ਉੱਥੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵਿਖਾਏ ਨਾ, ਤੇ ਉਸ ਮੌਕੇ ਦੇ ਉੱਤੇ ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਵੀ ਧੁਰੋਂ ਪਤਾਲੋਂ ਲਈ ਕੜਾਹੀ। ਕੜਾਹੀ ਜਿਹੜਾ ਅੱਖਰ ਵਰਤਿਆ ਨਾ, ਕੜਾਹ ਪ੍ਰਸ਼ਾਦ ਵਾਸਤੇ। ਜਦੋਂ ਲੱਖਾਂ ਪਤਾਲ ਵਿਖਾਉਂਦੇ ਵਿਖਾਉਂਦੇ ਗਏ ਤੇ ਉਦੋਂ ਸੱਚਖੰਡ 'ਚ ਲੈ ਗਏ ਨਾਲ। ਫਿਰ ਤੇ ਉੱਥੋਂ ਮਹਾਰਾਜ ਸਾਹਿਬ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ, ਇੱਕ ਬਾਟਾ ਭਰ ਕਚਕੌਲ ਪ੍ਰਸ਼ਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ। ਉਹ ਕਚਕੌਲ ਆਖਿਆ ਉੱਥੇ ਬਰਤਨ ਨੂੰ। ਉਹ ਪੀਰ ਦੇ ਬੇਟੇ ਨੂੰ ਉਹ ਭਾਂਡਾ ਦਿੱਤਾ ਤੇ ਉਹਦੇ 'ਚ ਕੜਾਹ ਪ੍ਰਸ਼ਾਦ ਦੀ ਦੇਗ ਪਵਾ ਕੇ ਦਿੱਤੀ। ਆਖਿਆ ਵੀ ਨਾਲੇ ਉੱਥੇ ਪੀਰ ਨੂੰ ਦਵੀਂ ਤੇ ਨਾਲੇ ਬਾਕੀ ਸੰਗਤ ਨੂੰ ਵਰਤਾਵੀਂ। ਜਦੋਂ ਆ ਕੇ ਵਰਤਾਈ ਇੱਧਰ, ਤੇ ਉਸ ਬਾਟੇ ਬਾਰੇ ਵੀ ਕਈਆਂ ਗੁਰਮੁਖਾਂ ਨੇ ਦੱਸਿਆ ਜਿਨ੍ਹਾਂ ਨੇ ਦਰਸ਼ਨ ਕੀਤੇ ਸੀ ਉਸ ਇਲਾਕੇ ਵਿੱਚ। ਕਹਿੰਦੇ ਵੀ ਦੁਨੀਆ ਦੇ ਉੱਤੇ ਉਹ ਧਾਤ ਹੀ ਕੋਈ ਨਹੀਂ ਬਣੀ ਜਿਸ ਧਾਤ ਦਾ ਉਹ ਬਾਟਾ ਸੀਗਾ। ਵੀ ਸਰਬਲੋਹ ਦਾ ਬਾਟਾ ਹੁੰਦਾ ਵਾ, ਸੋ ਇਸੇ ਤਰ੍ਹਾਂ ਪਿੱਤਲ ਦਾ ਹੁੰਦਾ, ਕਹੇ ਦਾ ਹੁੰਦਾ ਵਾ। ਆ ਜਿਹੜੀਆਂ 8-10 ਧਾਤਾਂ ਵਾ, 8 ਕੁ ਧਾਤਾਂ, ਕਹਿੰਦੇ ਵੀ ਇਹਨਾਂ ਧਾਤਾਂ ਤੋਂ ਵੱਖਰੀ ਧਾਤ ਹੀ ਸੀ ਕੋਈ, ਜਿਹੜੀ ਮਹਾਰਾਜ ਸਾਹਿਬ ਜੀ ਨੇ ਉਹ ਪੀਰ ਦੇ ਬੇਟੇ ਨੂੰ ਉਹ ਜਿਹੜਾ ਦਿੱਤਾ ਸੀਗਾ ਬਰਤਨ, ਜਿਹਦੇ 'ਚੋਂ ਪ੍ਰਸ਼ਾਦ ਲਿਆਂਦਾ। ਇਸ ਕਰਕੇ ਕੜਾਹ ਪ੍ਰਸ਼ਾਦ ਮਹਾਰਾਜ ਨੇ ਸੱਚਖੰਡ 'ਚੋਂ ਹੀ ਲਿਆਂਦਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਸਾਰੀਆਂ ਦਾਤਾਂ ਇਹ ਦਰਗਾਹੀ ਦਾਤਾਂ ਵਾ, ਇਹ ਸੱਚਖੰਡੀ ਦਾਤਾਂ ਹਨ। ਮਹਾਰਾਜ ਸਾਹਿਬ ਜੀ ਨੇ ਕੀਰਤਨ ਦੀ, ਹੁਣ ਰਬਾਬ ਵਾ, ਰਬਾਬ ਹੈ ਨਾ ਇਤਿਹਾਸ ਵਿੱਚ ਜਨਮ ਸਾਖੀ 'ਚ, ਤੇ ਇਹ ਆਉਂਦਾ ਵਾ ਜਦੋਂ ਭਾਈ ਫਰੰਦਾ ਜੀ ਰਬਾਬ ਲੈ ਕਰਕੇ, ਭਾਈ ਮਰਦਾਨਾ ਜੀ ਉਹਨਾਂ ਨੂੰ ਲੈ ਕੇ ਆਉਂਦੇ ਆ ਭਰਵਾਣੇ ਨਗਰ ਤੋਂ, ਉਹ ਨਾਲ ਆਉਂਦੇ ਇੱਥੇ। ਮਹਾਰਾਜ ਕਹਿੰਦੇ ਫਰੰਦਾ ਜੀ ਨੂੰ ਵਾਪਸ ਵਿਦਾਇਗੀ ਦੇ ਆਓ। ਥੋੜ੍ਹਾ ਜਿਹਾ ਪਿਛਾਂਹ ਛੱਡਣ ਜਾਂਦੇ, ਉਹ ਲੋਪ ਹੋ ਜਾਂਦੇ, ਦਿਸਦੇ ਹੀ ਨਹੀਂ। ਤੇ ਭਾਈ ਮਰਦਾਨਾ ਜੀ ਨੇ ਉੱਥੇ ਆਖਿਆ ਸੀ ਵੀ ਮੈਂ ਵਜਾ ਕੇ ਵੇਖ ਲਵਾਂ। ਕਹਿੰਦੇ ਨਹੀਂ, ਇੱਥੇ ਨਹੀਂ ਵਜਾਉਣੀ। ਕਿੱਥੇ ਵਜਾਉਣੀ? ਕਹਿੰਦੇ ਗੁਰੂ ਨਾਨਕ ਸਾਹਿਬ ਦੇ ਪਾਸ ਹੀ ਵਜਾਉਣੀ ਜਾ ਕੇ। ਉਹ ਰਬਾਬ ਵੀ ਦਰਗਾਹ 'ਚੋਂ ਹੀ ਆਈ ਸੀ ਮਹਾਰਾਜ ਵਾਸਤੇ, ਤੇ ਉੱਥੋਂ ਤੀਕ ਸਾਡੀ ਪਹੁੰਚ ਨਹੀਂ। ਇਸ ਕਰਕੇ ਅਸੀਂ ਬਣਾ ਦਿੰਦੇ ਵੀ ਉਹ ਜੀ ਕਾਰੀਗਰ ਨਹੀਂ ਬਣਾਈ ਸੀ ਉੱਥੇ, ਤੇ ਤਾਂ ਹੀ ਇੱਥੇ ਆਈ ਸੀ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਵੀ ਸੱਚਖੰਡੋਂ ਲਿਆਂਦਾ, ਬਾਣੀ ਵੀ ਸੱਚਖੰਡੋਂ ਲਿਆਂਦੀ। ਧੁਰ ਕੀ ਬਾਣੀ ਆਈ, ਤਿੰਨ ਸਗਲੇ ਚਿੰਤ ਮਿਟਾਈ, ਰਬਾਬ ਵੀ ਸੱਚਖੰਡੋਂ ਆਈ, ਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਸੱਚਖੰਡ 'ਚੋਂ ਹੀ ਲਿਆਂਦੀ ਮਹਾਰਾਜ। ਕਿਉਂਕਿ ਭਾਈ ਸਾਹਿਬ ਨੇ ਆਖਿਆ ਧੁਰ ਤੋਂ ਆਈ ਹੈ ਕੜਾਹ ਪ੍ਰਸ਼ਾਦ ਦੀ ਦੇਗ, ਧੁਰੋਂ ਪਤਾਲੋਂ ਲਈ ਕੜਾਹੀ। ਤੇ ਦੂਜਾ ਇਤਿਹਾਸ ਵਿੱਚ ਆਉਂਦਾ, ਇੱਕ ਵਾਰੀ ਇੱਧਰ ਸ੍ਰੀ ਨਾਨਕ ਮਤੇ ਸਾਹਿਬ, ਜਿਹਨੂੰ ਪਹਿਲਾਂ ਗੋਰਖ ਮਤਾ ਕਹਿੰਦੇ ਸੀ, ਉੱਥੇ ਸਿੱਧ ਬੁੱਢੇ ਜੇ ਬਣ ਕੇ ਬਹਿ ਗਏ ਸੀ, ਮੂੰਹ 'ਚ ਦੰਦ ਕੋਈ ਨਹੀਂ। ਕਹਿੰਦੇ ਕੋਈ ਇਸ ਤਰ੍ਹਾਂ ਦਾ ਪ੍ਰਸ਼ਾਦ ਛਕਾਓ, ਕੋਈ ਪਦਾਰਥ ਛਕਾਓ। ਉਦੋਂ ਮਹਾਰਾਜ ਸਾਹਿਬ ਜੀ ਨੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਉੱਥੇ ਵੀ ਛਕਾਈ ਸੀ। ਤਾਂ ਇੱਥੇ ਜਿਹੜਾ ਬਚਨ ਆਇਆ ਨਾ ਮਹਾਂਪ੍ਰਸ਼ਾਦ, ਇਹ ਕੜਾਹ ਪ੍ਰਸ਼ਾਦ ਵਾਸਤੇ। ਉਸ ਮਾਈ ਨੂੰ ਮਹਾਰਾਜ ਦਸਮ ਪਾਤਸ਼ਾਹ ਨੇ ਆਖਿਆ ਸੀ ਵੀ ਆ ਕੜਾਹ ਪ੍ਰਸ਼ਾਦ ਲਓ ਤੇ ਅਸੀਂ ਤੁਹਾਡੇ ਕੋਲ ਆ ਕਰਕੇ ਆਪਣਾ ਵਸਤਰ ਲੈ ਲਵਾਂਗੇ। ਇਹ ਮਾਛੀਵਾੜੇ ਪਿੰਡ ਦੀ ਮਾਈ ਆਨੰਦ ਦੇ ਸਹਿਤ ਹੋ ਕੇ ਚਮਕੌਰ ਨਗਰ ਤੋਂ ਉਸ ਮੌਕੇ ਤੇ ਫਿਰ ਆਪਣੇ ਘਰੇ ਚਲੇ ਗਈ ਸੀ। ਫਿਰ ਪ੍ਰੇਮ ਨਾਲ ਇਹਨੇ ਪੂਣੀਆਂ ਕੱਤੀਆਂ, ਚਰਖਾ ਚਲਾਇਆ, ਬਸਤਰ ਕੱਤ ਕੇ ਤਿਆਰ ਕਰਕੇ ਬਣਾ ਕੇ ਸਵਾਰ ਕੇ ਆਪਣੇ ਘਰੇ ਰੱਖਿਆ। ਹਾਂਜੀ, ਇਸ ਮਾਈ ਨੂੰ ਜੋ ਪਹਿਲਾਂ ਬਚਨ ਕੀਤਾ ਸੀ ਨਾ ਮਹਾਰਾਜ ਨੇ, ਉਸ ਬਚਨ ਨੂੰ ਹੁਣ ਯਾਦ ਕੀਤਾ ਜਦੋਂ ਮਹਾਰਾਜ ਭਾਈ ਗੁਲਾਬੇ ਦੇ ਘਰੇ ਮਾਛੀਵਾੜੇ ਚੁਬਾਰੇ 'ਚ ਬੈਠੇ ਹੋਏ ਹਨ। ਹੁਣ ਭਾਈ ਗੁਲਾਬੇ ਨੂੰ ਮਹਾਰਾਜ ਕਹਿਣ ਲੱਗੇ, ਕਿਉਂਕਿ ਕਾਲਾ ਜੂ ਪੈ ਗਿਆ ਵੀ ਮਹਾਰਾਜ ਹੁਣ ਆਪ ਜੀ ਚਲੇ ਜਾਓ, ਤੇ ਸਤਿਗੁਰੂ ਕਹਿਣ ਲੱਗੇ ਫਿਰ ਆਹ ਕੰਮ ਕਰ।
ਤੇਰੇ ਨਗਰ ਦੇ ਵਿੱਚ ਇੱਕ ਸ਼ਤਰਾਣੀ ਹੈ, ਬਜ਼ੁਰਗ ਮਾਈ ਹੈ, ਤਾਂ ਉਹਦੇ ਪਾਸ ਜਾਓ, ਸਾਡੀ ਸ਼ਰਧਾਲੂ ਹੈ। ਕਹਿਓ ਗੁਲਾਬੇ ਸੋ ਤਿਸ ਛਿਨ ਮੈਂ, ਸ਼ਤਰਾਣੀ ਜੋ ਬਿਰਧਾ ਵਿਸਾਲ, ਜੋ ਬਹੁਤ ਬਜ਼ੁਰਗ ਹੈ, ਮਾਈ ਤੇਰੇ ਪਿੰਡ ਦੇ ਵਿੱਚ ਹੈ। ਮਹਾਰਾਜ ਕਹਿੰਦੇ ਉਸ ਨੂੰ ਬੁਲਾ ਕੇ ਲਿਆ। ਉਹਨੇ ਸਾਡੇ ਵਾਸਤੇ ਇੱਕ ਬਸਤਰ ਤਿਆਰ ਕਰਕੇ ਰੱਖਿਆ, ਕੱਤ ਕੇ ਰੱਖਿਆ, ਤੇ ਉਸ ਮਾਈ ਨੂੰ ਬੁਲਾ ਕੇ ਲਿਆ ਤੇ ਉਹਦੀ ਕਾਮਨਾ ਪੂਰੀ ਕਰ ਦਈਏ, ਉਹਦੀ ਇੱਛਾ ਪੂਰੀ ਕਰ ਦਈਏ। ਤੇ ਇਸ ਮਾਈ ਦਾ ਨਾਮ ਇੱਥੇ ਤਾਂ ਨਹੀਂ ਆਇਆ ਸਾਧ ਸੰਗਤ ਜੀ, ਹੋਰ ਕਈਆਂ ਗੁਰਮੁਖਾਂ ਨੇ ਮਾਈ ਗੁਰਦੇਈ ਲਿਖਿਆ। ਇਸ ਮਾਈ ਦਾ ਨਾਂ ਸੀ ਗੁਰਦੇਈ। ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਉਸ ਮਾਈ ਨੂੰ ਬੁਲਾ ਕੇ ਲਿਆਓ। ਫਿਰ ਹੁਕਮ ਸੁਣ ਕੇ ਮਹਾਰਾਜ ਸਾਹਿਬ ਜੀ ਦਾ ਭਾਈ ਗੁਲਾਬਾ ਛੇਤੀ ਗਿਆ। ਜਿੱਥੇ ਮਾਛੀਵਾੜੇ ਦੇ ਵਿੱਚ ਇਸ ਮਾਈ ਦਾ ਘਰ ਸੀ ਨਾ, ਉਹਨੂੰ ਖੋਜ ਕੇ ਛੇਤੀ ਨਾਲ ਲੱਭ ਕੇ ਤੇ ਫਿਰ ਸਾਰੀ ਬੇਨਤੀ ਕੀਤੀ ਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਘਰੇ ਆਏ ਬੈਠੇ ਹੋਏ ਆ, ਤੇ ਮਹਾਰਾਜ ਸਾਹਿਬ ਨੇ ਤੁਹਾਨੂੰ ਯਾਦ ਕੀਤਾ, ਤੁਸੀਂ ਆਪਣੀ ਭੇਟਾ ਗੁਰੂ ਸਾਹਿਬ ਜੀ ਨੂੰ ਅਰਪਣ ਕਰੋ। ਫਿਰ ਮਾਈ ਨੇ 2 ਥਾਨ ਲਿਆ ਕੇ ਭੇਟ ਕੀਤੇ ਬਸਤਰ ਦੇ, ਉਹ ਅਗਲੇ ਪ੍ਰਸੰਗ 'ਚ ਆਪਾਂ ਪੜ੍ਹਾਂਗੇ। ਤੇ ਫਿਰ ਗਰੀਬ ਨਵਾਜ ਸਾਹਿਬ ਜੀ ਨੇ ਉਹਨਾਂ ਨੂੰ ਨੀਲਾ ਰੰਗ ਕਰਵਾਇਆ ਲਲਾਰੀ ਦੇ ਕੋਲੋਂ, ਭਾਈ ਗੁਲਾਬੇ ਤੋਂ ਭੇਜ ਕੇ। ਤੇ ਫਿਰ ਇੱਕ ਦਾ ਚੋਲਾ ਸਵਾਇਆ ਸੀ ਦਰਜੀ ਤੋਂ, ਤੇ ਇੱਕ ਦਾ ਚਾਦਰਾ ਸਵਾਇਆ। ਚੋਲਾ ਪਾ ਕੇ ਤੇ ਚਾਦਰ ਦੀ ਬੁੱਕਲ ਮਾਰੀ, ਤੇ ਇੱਥੋਂ ਜਿਵੇਂ ਉੱਚ ਦੇ ਪੀਰ ਬਣ ਕੇ ਇਹਦੇ ਘਰੋਂ ਨਿਕਲਣਗੇ ਮਹਾਰਾਜ ਫੌਜ ਦੇ ਵਿੱਚ ਦੀ, ਉਹ ਅੱਗੇ ਪ੍ਰਸੰਗ ਆਵੇਗਾ। ਗੁਰੂ ਕਲਗੀਧਰ ਪਿਤਾ ਜੀ ਦਾ ਪਵਿੱਤਰ ਇਤਿਹਾਸ ਬੇਨਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਭਾਰੇ ਉਤਾਰ। ਆਏ ਪ੍ਰਭ ਸਰਨਾਗਤੇ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।